ਨਾਨਕ ਮਨ ਮੇਰੇ ਸਦਾ ਨਉ ਹਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ, ਕਰਨਾ ਤੇਰੇ ਸਭ ਕੁਝ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਲਾਖ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਾਨੇ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ, ਸੱਚਾ ਨਾਮ ਮੇਰਾ ਆਧਾਰੋ। ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ। ਪ੍ਰਸਾਦ ਸੁਖਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬੇਟੋ ਜਿਸ ਦੀਆਂ ਇਹ ਵਡਿਆਈਆਂ। ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਤਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਲੋਕ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਪਾਇਆ ਤੁਧ ਕੁਸੇ ਨਾਮ ਹਰ ਕੈ ਲਾਗੇ। ਐ ਨਾਨਕ ਤੈਸ ਕੋ ਵਾਦਤ ਕਰੇ ਆਨੰਦ ਵਾਜੇ। ਸੁਨ ਵਡ ਭਾਗੀ ਹੋ ਸਕਲ ਮਨੋਰਥ ਪੂਰੇ। ਹਰ ਮਨ ਮਨ ਪਾਇਆ ਉਤਰੇ ਸਗਲ ਵਸੂਰੇ। ਰੂਪ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਅੰਤ ਸਾਜਨ ਭੈ ਸਸੇ ਪੂਰੇ ਗੁਰ ਤੇ ਜਾਣੇ। ਪੁਨੀ ਕਹਤੇ ਪਵਿੱਤ ਸਤਿਗੁਰ ਰੇਖਾ ਭਰਪੂਰੇ। ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ। ਸਾਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੂ। ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਾਈਆਂ ਵਾਚੇ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੇ ਨਾਮ ਤੇ ਆਇਆ ਗੈ ਮਸਕਤ ਕਾਲ। ਨਾਨਕ ਤੇ ਮੁਕੁਜਲੇ ਕੀਤੀ ਛੁੱਟੀ ਨਾ। ਜਿਨੇ ਨਾਮ ਤੇ ਆਇਆ ਗੈ ਮਸਕਤ ਕਾਲ। ਨਾਨਕ ਤੇ ਮੁਕੁਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ। ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ। ਨੇਤ ਨੇਤ ਬਨ ਤ੍ਰਿਣ ਕਹਿਤ। ਤਵ ਸਰਬ ਨਾਮ ਕਥੈ ਕਵਣ। ਕਰਮ ਨਾਮ ਬਰਨਤ ਸੁਮਤ। ਦਰਸ਼ਨ ਪਿਆਸੀ ਦਿਨਸ ਰਾਤ। ਚਿਤਵੋ ਅਨੰਦਿਨ ਨੀਤ। ਖੋਲ ਕਪਟ ਗੁਰ ਮੇਲੀਆ। ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ ਇਕ ਕਰੋ ਬੇਨੰਤੀਆ। ਤਿਸ ਮੋਹਨ ਲਾਲ ਪਿਆਰੇ ਹਉ ਫਿਰੋਂ ਖੋਜੰਤੀਆ। ਤਿਸ ਦਸ ਪਿਆਰੇ ਸਿਰ ਤਰੀ ਉਤਾਰੇ। ਇਕ ਭੋਰੀ ਦਰਸ਼ਨ ਦੀਜੈ। ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ। ਇਕ ਤਿਲ ਪੀ ਨਹਾ ਤੀਰੀਜੈ। ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ। ਚਾਤ੍ਰਿਕ ਜੀਵੈ ਤੇ ਸੰਤੀਆ। ਜਨ ਨਾਨਕ ਗੁਰ ਪੂਰਾ ਪਾਇਆ। ਸਗਲੀ ਤਿਖਾ ਬੁਝੰਤੀਆ।
ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਹੁ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਸੁਖ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਛਾਹੋ। ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਬਾਬਾ ਆਇਆ ਹੈ ਉਠ ਚੱਲਣਾ, ਇਹੋ ਜਗ ਝੂਠ ਪਸਾਰੋਵਾ। ਸੱਚਾ ਘਰ ਸਚੜੈ ਸੇਵੀਐ, ਸੱਚ ਖਰਾ ਸਚਿਆਰੋਵਾ। ਬਾਬਾ ਆਇਆ ਹੈ ਉਠ ਚੱਲਣਾ, ਇਹੋ ਜਗ ਝੂਠ ਪਸਾਰੋਵਾ। ਸੱਚਾ ਘਰ ਸਚੜੈ ਸੇਵੀਐ, ਸੱਚ ਖਰਾ ਸਚਿਆਰੋਵਾ। ਕੂੜ ਲੱਭ ਜਾ ਥਾਏ ਨ ਪਾਸੀ, ਅੱਗੇ ਲਹਿ ਨ ਠਾਓ। ਅੰਤਰ ਆਉ ਨ ਬੈਸੋ ਕਹੀਐ, ਜਿਉ ਸੁਣੈ ਘਰ ਕਾਉ। ਜੰਮਣ ਮਰਨ ਵੱਡਾ ਵੇਛੋੜਾ, ਬਿਨ ਸਹਿ ਜਗ ਸੁਭਾਏ। ਲਵ ਧੰਦੇ ਮਾਇਆ ਜਗਤ ਭੁਲਾਇਆ, ਕਾਲ ਖੜਾ ਰੁਵਾਏ। ਬਾਬਾ ਆਵੋ ਭਾਈ ਹੋ, ਘਰ ਮਿਲ ਹੈ ਮਿਲ ਮਿਲ ਦੇ ਆਸੀਸਾਂ ਹੈ। ਬਾਬਾ ਸਚੜਾ ਮੈਲ ਨ ਚੁਕਈ, ਪ੍ਰੀਤਮ ਕੀਆਂ ਦੇ ਅਸੀਸਾਂ ਹੈ। ਅਸੀਸਾਂ ਦੇਵੋ ਭਗਤ ਕਰੀਬੋ, ਮਿਲਿਆ ਕਿਆ ਕਿਆ ਮਿਲੋ। ਇਕ ਭੂਲੇ ਨਾਵੋ ਥੀਵੋ ਥਾਵੋ, ਗੁਰ ਸਮਝੀ ਸਚ ਖੇਲੋ। ਜਮ ਮਾਰਨੀ ਜਾਣਾ ਸਭ ਸਮਾਣਾ, ਜੁਗ ਜੁਗ ਸੱਚ ਵਿਸੇ। ਸਾਜਨ ਸਹਿਨ ਮਿਲ ਸੰਜੋਗੀ, ਗੁਰ ਮਿਲ ਖੋਲੇ ਫਾਸੇ। ਬਾਬਾ ਨਾਗੜਾ ਆਇਆ ਜਗ ਮੈਂ, ਦੁਖ ਸੁਖ ਲੇਖ ਲਖਾਇਆ। ਲਿਖਿਆੜਾ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ। ਬੈ ਸਾਚੇ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ। ਕਾਮਣਿਆਰੀ ਕਾਮਣ ਪਏ, ਬਹੁ ਰੰਗੀ ਗਲ ਤਾਗਾ। ਖੁਸ਼ੀ ਮਤ ਭਇਆ ਮਨ ਹੁਸ਼ਿਆਰ,
ਗੁੜ ਸਾ ਮੱਖੀ ਖਾਇਆ, ਨਾ ਮਰ ਜਾਦਿਆ ਕਲ ਭੀਤਰ, ਨਾਂਗੋ ਬੰਦ ਚਲਾਇਆ। ਬਾਬਾ ਰੋਵੋ ਜੇ ਕਿਸੇ ਰੋਵਣਾ, ਜਾਨੀਅੜ ਬੰਦ ਪਠਾਇਆ ਹੈ। ਲਿਖਿੜਾ ਲੇਖ ਨ ਮਿਟੀਐ, ਦਰ ਹਕਾਰੜਾ ਆਇਆ ਹੈ। ਹਕਾਰ ਆਇਆ ਜਾਂ ਤਸ ਭਾਇਆ, ਰੁੰਨੇ ਰੋਵਣ ਹਾਰੇ। ਪੁੱਤ ਭਾਈ ਭਤੀਜੇ ਰੋਵੈ, ਪ੍ਰੀਤਮ ਅਤ ਪਿਆਰੇ। ਭੈ ਰੋਵੈ ਗੁਣ ਸਾਹਨ ਸੰਭਾਲੇ, ਕੋ ਮਰੈ ਨ ਮੋਇਆ ਲਾਲੇ। ਨਾਨਕ ਜੁਗ ਜੁਗ ਜਾਣ ਸਿਆਣਾ, ਤੇਗ ਬਹਾਦਰ ਪਾਤਸ਼ਾਹ ਜੀ ਪਾਵਨ ਆਸਾ ਦੀ ਵਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚੋਂ ਰਾਗੀ ਸਿੰਘਾਂ ਪਾਸੋਂ ਮੁਬਾਰਕ ਬੋਲ ਸਰਵਣ ਕੀਤੇ ਹਨ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਵੇਲੇ ਆਏ ਹੋਏ ਪਾਵਨ ਸ਼੍ਰੀ ਮੁਖਵਾਕ ਜੀ ਕਾ ਪਾਠ ਹੁਣੇ ਸਰਵਣ ਕੀਤਾ ਹੈ। ਸਾਧ ਸੰਗਤ ਜੀਓ ਆਓ ਆਏ ਹੋਏ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਜੀ ਦੀ ਕਥਾ ਵਿਚਾਰ ਸਤਿਗੁਰੂ ਜੀ ਕੀ ਮਿਹਰਾਮਤ ਸਦਕਾ ਪ੍ਰਾਰੰਭ ਕਰੀਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਾਵਨ ਬਾਣੀ ਅੰਦਰ ਜੋ ਗੁਰਦੇਵ ਜੀਓ ਨੇ ਅਲਾਹਣੀਆਂ ਸਿਰਲੇਖ ਹੇਠ ਪਾਵਨ ਸ਼ਬਦ ਅੰਕਿਤ ਕੀਤੇ ਹਨ। ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਅਲਾਹਣੀਆਂ ਪਾਵਨ ਪਵਿੱਤਰ ਬਾਣੀ ਵਿੱਚੋਂ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਜੀਵਨ ਵਿੱਚ ਦੋਵੇਂ ਪੱਖ ਹਨ, ਇੱਕ ਸੁਖ ਵਾਲਾ ਪੱਖ ਹੈ, ਇੱਕ ਦੁੱਖ ਵਾਲਾ ਪੱਖ ਹੈ। ਕੋਈ ਵੀ ਸੰਸਾਰ ਵਿੱਚ ਐਸਾ ਨਹੀਂ ਵੀ ਜਿਹੜਾ ਇੰਨੀ ਗੱਲ ਕਹਿ ਦਵੇ ਵੀ ਮੈਨੂੰ ਇਕੱਲੇ ਜੀਵਨ ਵਿੱਚ ਸੁਖ ਹੀ ਸੁਖ ਨੇ, ਦੁੱਖ ਨਹੀਂ। ਜਾਂ ਫਿਰ ਕੋਈ ਵੀ ਐਸਾ ਨਹੀਂ ਵੀ ਜਿਹੜਾ ਕਵੇ ਵੀ ਮੇਰੇ ਜੀਵਨ ਵਿੱਚ ਦੁੱਖ ਨੇ, ਵੀ ਸੁਖ ਨਹੀਂ ਹਨ। ਪਰਿਪੂਰਨ ਪਰਮਾਤਮਾ ਨੇ ਹਰ ਇੱਕ ਦੇ ਜੀਵਨ ਦੇ ਅੰਦਰ ਸੁਖ ਤੇ ਦੁੱਖ ਦੋਵਾਂ ਪਹਿਲੂਆਂ ਨੂੰ ਮਾਲਕ ਨੇ ਰੱਖਿਆ ਹੈ। ਮਹਾਰਾਜ ਜੀਓ ਕੀ ਪਾਵਨ ਪਵਿੱਤਰ ਬਾਣੀ ਵਿੱਚੋਂ ਜਦੋਂ ਆਪਾਂ ਸ਼ਬਦਾਂ ਦੇ ਦਰਸ਼ਨ ਦੀਦਾਰ ਕਰਨੇ ਹਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਬੇਨਤੀ ਕੀਤੀ ਕਿ ਹੇ ਮੇਰੇ ਮਾਲਕ ਜੀ,
ਇੰਨੀ ਕਿਰਪਾ ਕਰਿਓ, ਜੇ ਸੁਖ ਆਇਆ ਤਾਂ ਵੀ ਤੇਰੇ ਨਾਮ ਨੂੰ ਸਿਮਰਾਂ, ਜੇ ਦੁੱਖ ਆਇਆ ਤਾਂ ਵੀ ਤੇਰੇ ਨਾਮ ਨੂੰ ਸਿਮਰਾਂ। ਜਾਂ ਸੁਖ ਤਾਂ ਸਹੁਰਾਵਿਓ, ਦੁਖ ਭੀ ਸੰਭਾਲਿਓਏ। ਨਾਨਕ ਕਹੈ ਸਿਆਣੀਏ, ਇਉਂ ਕੰਤ ਮਿਲਾਵਾ ਹੋਏ। ਜਿੱਥੇ ਸੁਖ ਵੇਲੇ ਪਰਿਪੂਰਨ ਪਰਮਾਤਮਾ ਨੂੰ ਸਿਮਰਨਾ, ਦੁੱਖ ਵੇਲੇ ਵੀ ਉਸੇ ਨੂੰ ਯਾਦ ਰੱਖਣਾ। ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਅਲਾਣੀਆਂ ਬਾਣੀ ਵਿੱਚੋਂ ਆਇਆ ਹੈ। ਵਡਹੰਸ ਰਾਗ ਦੇ ਅੰਦਰ ਮਾਲਕ ਨੇ ਅਲਾਣੀਆਂ ਬਾਣੀ ਰੱਖੀ ਤੇ ਵਡਹੰਸ ਰਾਗ ਦੇ ਅੰਦਰ ਘੋੜੀਆਂ ਵੀ ਰੱਖ ਦਿੱਤੀਆਂ। ਜਦੋਂ ਪੁੱਤਰ ਦੀ ਸ਼ਾਦੀ ਹੋਈ, ਘਰ ਦੇ ਅੰਦਰ ਗਾਉਣ ਬਿਠਾਇਆ, ਘੋੜੀਆਂ ਗਾਈਆਂ ਤੇ ਮੇਰੇ ਸਤਿਗੁਰੂ ਮਹਾਰਾਜ ਕਹਿੰਦੇ, ਆਓ ਭਾਈ ਘੋੜੀਆਂ ਗਾਈਏ ਉਸ ਪਰਿਪੂਰਨ ਪਰਮਾਤਮਾ ਦੀਆਂ, ਉਹਦੇ ਗੁਣਾਂ ਨੂੰ ਗਾਈਏ, ਉਹਦੇ ਗੁਣਾਂ ਨੂੰ ਯਾਦ ਕਰੀਏ, ਪਰਿਪੂਰਨ ਪਰਮਾਤਮਾ ਨੂੰ। ਤੇ ਜੇ ਜੀਵ ਦੇ ਜੀਵਨ ਦੇ ਅੰਦਰ ਦੁੱਖ ਆਇਆ, ਜੀਵ ਵੈਰਾਗ ਵਿੱਚ ਬੈਠਾ, ਤੇ ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਅਲਾਣੀਆਂ ਬਾਣੀ ਲਿਖੀ ਕਿ ਰੋਣਾ ਹੈ ਰੋਵੋ ਬਾਬਾ ਰੋਵੋ, ਜੇ ਕਿਸੈ ਰੋਵਣਾ ਜਾਨੀੜਾ ਬੰਦ ਪਠਾਇਆ ਹੈ। ਆਓ ਭਾਈ ਉਸ ਪਰਿਪੂਰਨ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਕੇ, ਜਿਸ ਵਿਛੋੜੇ ਵਿੱਚ ਆਪਾਂ ਹਾਂ ਉਹਨੂੰ ਯਾਦ ਕਰਕੇ ਰੋਈਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਧ ਸੰਗਤ ਜੀਓ, ਸੁਖ ਤੇ ਦੁੱਖ ਮਾਲਕ ਸੱਚੇ ਪਾਤਸ਼ਾਹ ਜੀਆਂ ਨੇ ਸਿੱਖ ਦੇ ਜੀਵਨ ਵਿੱਚ ਇਕੱਠੇ ਰੱਖੇ ਹਨ। ਜੇ ਆਨੰਦ ਸਾਹਿਬ ਦੀ ਬਾਣੀ ਮਹਾਰਾਜ ਜੀਆਂ ਨੇ ਰਾਮਕਲੀ ਰਾਗ ਵਿੱਚ ਰੱਖੀ, ਤੇ ਰਾਮਕਲੀ ਸਦ ਵੀ ਸਤਿਗੁਰੂ ਜੀਆਂ ਨੇ ਫਿਰ ਨਾਲ ਹੀ ਆਰੰਭ ਕਰ ਦਿੱਤਾ। ਜੇ ਸੁਖ ਹੈ ਤਾਂ ਦੁੱਖ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀਓ ਕੀ ਪਾਵਨ ਪਵਿੱਤਰ ਬਾਣੀ ਜੋ ਪਹਿਲਾਂ ਪ੍ਰਾਤਨ ਸਮੇਂ ਇੱਕ ਲੈ ਸੁਰ ਤਾਲ ਦੇ ਅੰਦਰ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਸੀ, ਉਹਦੇ ਗੁਣਾਂ ਨੂੰ ਯਾਦ ਕਰਕੇ ਧਾਹਾਂ ਮਾਰ ਕੇ ਰੋਣਾ, ਅਲਾਣੀਆਂ ਪਾਉਣੀਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਅਲਾਣੀ ਪਾਈ ਉਸ ਪਰਿਪੂਰਨ ਪਰਮਾਤਮਾ ਤੋਂ ਵਿਛੋੜੇ ਦੀ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਸ਼ਬਦ ਹਨ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਇਸੇ ਪ੍ਰਕਰਨ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਅਨੇਕਾਂ ਪਾਵਨ ਪਵਿੱਤਰ ਮੁਬਾਰਕ ਸ਼ਬਦ ਬਖਸ਼ਿਸ਼ ਕੀਤੇ ਹਨ ਕਿ ਹੇ ਪਰਿਪੂਰਨ ਪਰਮਾਤਮਾ, ਜੇ ਦੇਹਾਂ ਦੁਖ ਲਾਈਐ, ਪਾਪ ਕਰੈ ਦੁਇ ਰਾਹ, ਰਤ ਪੀਣੇ ਰਾਜੇ ਸਿਰੈ ਉੱਪਰ ਰੱਖੀਐ, ਇਵੇਂ ਜਾਪੈ ਭਾਉ। ਤੇ ਬੇਨਤੀ ਮਹਾਰਾਜ ਕਰਦੇ ਹਨ, ਭੀ ਤੂੰ ਹੈ ਸਾਲਾਹਣਾ, ਆਖਣ ਲਹੈ ਨਾ ਚਾਓ। ਜੇ ਦੁੱਖ ਵਿੱਚ ਵੀ ਰੱਬ ਨੂੰ ਯਾਦ ਕੀਤਾ, ਸੁਖ ਵਿੱਚ ਵੀ ਪਰਿਪੂਰਨ ਪਰਮਾਤਮਾ ਨੂੰ ਯਾਦ ਕੀਤਾ ਹੈ। ਆਓ ਸਾਧ ਸੰਗਤ ਜੀ, ਇੱਕ ਸੰਸਾਰ ਦੀ ਵਿਆਪਕ ਸਚਾਈ ਹੈ ਕਿ ਜਿਸ ਤੋਂ ਜੀਵ ਮੁਨਕਰ ਹੋਣਾ ਚਾਹੁੰਦਾ ਹੈ, ਪਰ ਮੁਨਕਰ ਹੋਇਆ ਨਹੀਂ ਜਾਂਦਾ। ਮੌਤ ਇੱਕ ਵਿਆਪਕ ਸਚਾਈ ਹੈ, ਕੋਈ ਵੀ ਇਸ ਗੱਲ ਤੋਂ ਨਹੀਂ ਕਰ ਸਕਦਾ, ਪਰ ਨਾ ਚਾਹੁੰਦਿਆਂ ਹੋਇਆਂ ਵੀ ਮਨੁੱਖ ਇਸ ਵਿਆਪਕ ਸਚਾਈ ਤੋਂ ਮੂੰਹ ਪਰਤਾਉਂਦਾ ਹੈ। ਇਸ ਸੱਚ ਨੂੰ ਸੰਭਾਲਦਾ ਨਹੀਂ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਵਿੱਚ ਰੱਖਿਆ ਹੈ। ਸੋ ਆਓ ਸਾਧ ਸੰਗਤ ਜੀਓ, ਕਰੀਏ ਮਨ ਬਿਰਤੀਆਂ ਨੂੰ ਇਕਾਗਰ। ਆਏ ਹੋਏ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਜੀਓ ਕੀ ਕਥਾ ਵਿਚਾਰ ਪ੍ਰਾਰੰਭ ਕਰੀਏ। ਕੋਈ ਪਿਰਸਨਾ ਵਾਂਝੀ ਨਾ ਰਹੇ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ।
ਬਾਬਾ ਆਇਆ ਹੈ ਉਠ ਚੱਲਣਾ। ਇਹੋ ਜਗ ਝੂਠ ਪਸਾਰੋਵਾ। ਰਾਗ ਵਡਹੰਸ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਓ ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ। ਹੇ ਭਾਈ, ਬਾਬਾ ਆਇਆ ਹੈ ਉਠ ਚੱਲਣਾ। ਇਹ ਜੀਵ ਇਸ ਮਾਤ ਲੋਕ ਵਿੱਚ ਆਇਆ ਹੈ, ਉਹ ਕੁਝ ਇੱਕ ਸਮੇਂ ਵਾਸਤੇ ਹੈ। ਇਹਨੂੰ ਸਤਿਗੁਰੂ ਜੀਓ ਨੇ ਪਾਵਨ ਪਵਿੱਤਰ ਬਾਣੀ ਦੇ ਅੰਦਰ ਸਾਧ ਸੰਗਤ ਜੀਓ 4 ਦਿਨ ਆਪਣੀ ਨੌਬਤ ਚੱਲੇ ਬਜਾਏ 4 ਦਿਨ ਲਿਖਿਆ ਹੈ। ਕਹਿੰਦੇ ਵੀ ਵੱਧ ਤੋਂ ਵੱਧ 4 ਦਿਨ, ਬਹੁਤ ਜ਼ਿਆਦਾ ਲੰਮੇਰਾ ਨਹੀਂ ਕਿ ਤੇਰੀ ਆਰਬਲਾ ਕੋਈ ਬਹੁਤ ਜ਼ਿਆਦੀ ਲੰਬੇਰੀ ਹੈ। ਮਹਾਰਾਜ ਕਹਿੰਦੇ ਬਾਬਾ ਫਰੀਦ ਸਾਹਿਬ, ਫਰੀਦਾ ਕੋਠੇ ਧੁੱਕਣ ਕੇਤੜਾ ਪਿਰ ਨੀਂਦੜੀ ਨਿਵਾਰ, ਜੋ ਦੇਹ ਲੱਦੇ ਗਾਣਵੇ ਗਏ ਵਲਾੜ ਵਲਾੜ। ਕੋਈ ਮਨੁੱਖ ਕੋਠੇ ਦੇ ਉੱਪਰ ਚੜ੍ਹ ਕੇ ਦੌੜ ਲਾਵੇ ਤੇ ਬਨੇਰਾ ਕਦੋਂ ਤੱਕ ਨਾ ਆਏਗਾ, ਕੋਠੇ ਦੀ ਛੱਤ ਤਾਂ ਮੁੱਕੇਗੀ। ਫਰੀਦਾ ਕੋਠੇ ਧੁੱਕਣ ਕੇਤੜਾ, ਧੁੱਕਣ ਕੇਤੜਾ ਕਹਿੰਦੇ ਨੇ ਵੀ ਕਦੋਂ ਤੱਕ ਭੱਜੇਗਾ ਛੱਤ ਦੇ ਉੱਪਰ ਚੜ੍ਹ ਕੇ, ਬਨੇਰਾ ਖਤਮ ਹੋਵੇਗਾ। ਪਿਰ ਨੀਂਦੜੀ ਨਿਵਾਰ, ਜੋ ਦੇਹ ਲੱਦੇ ਗਾਣਵੇ ਗਏ ਵਲਾੜ ਵਲਾੜ। ਜਿਹੜੇ ਤੇਰੇ ਕੋਲ ਦਿਨ ਤੈਨੂੰ ਮਿਲੇ ਸਨ, ਤੇਰੇ ਕੋਲੋਂ ਉਹ ਸਾਰੇ ਦਿਨ ਚਲੇ ਗਏ। ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਏ ਬਚਨ ਉਚਾਰਦੇ ਹਨ, ਬਾਬਾ ਆਇਆ ਹੈ ਉਠ ਚੱਲਣਾ। ਆਏ ਹਾਂ, ਜਾਵਾਂਗੇ ਵੀ ਜ਼ਰੂਰ। ਇਹੋ ਜਗ ਝੂਠ ਪਸਾਰੋ ਵਾ। ਇਹ ਸੰਸਾਰ ਕੋਈ ਸੱਚ ਤੇ ਨਹੀਂ। ਇਹ ਸੰਸਾਰ ਜੋ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਦਿਖਾਈ ਦੇਣ ਵਾਲੀ ਹਰ ਇੱਕ ਸ਼ੈ ਹੀ ਵਿਨਾਸ਼ ਹੋਣ ਵਾਲੀ ਹੈ। ਝੂਠ ਪਸਾਰੋ ਵਾ, ਜਿੰਨਾ ਵੀ ਇਹ ਪਸਾਰਾ ਪਿਆ ਦਿਸਦਾ ਹੈ, ਮਹਾਰਾਜ ਕਹਿੰਦੇ ਭਾਈ ਇਹ ਸਦੀਵੀ ਨਹੀਂ, ਇਹ ਝੂਠ ਹੈ, ਇਹ ਸਦੀਵੀ ਨਹੀਂ ਹੈ। ਭਾਈ ਜੇ ਸਦੀਵੀ ਨਹੀਂ, ਕਈ ਵਾਰ ਜਦੋਂ ਆਪਾਂ ਸੰਧਿਆ ਵੇਲੇ ਕਥਾ ਸਰਵਣ ਕਰਨੇ ਹਾਂ, ਉੱਥੇ ਕਈ ਵਾਰ ਚਲਦਿਆਂ ਹੋਇਆਂ ਇਸ ਪ੍ਰਕਰਨ ਦੇ ਉੱਪਰ ਵਿਸਥਾਰ ਨਾਲ ਬਚਨ ਕਈ ਵਾਰ ਆ ਜਾਂਦੇ ਹਨ। ਜੇ ਸੰਸਾਰ ਝੂਠਾ ਹੈ ਫਿਰ ਸੱਚ ਦਿਖਾਈ ਦਿੰਦਾ ਕਿਉਂ ਹੈ? ਇਹੋ ਜਗ ਝੂਠ ਪਸਾਰੋ ਵਾ ਜੇ ਹੈ ਤੇ ਸੱਚ ਕਿਉਂ ਦਿਸਦਾ ਹੈ? ਇਹਨਾਂ ਜ਼ਿਕਰ ਸਤਿਕਾਰਯੋਗ ਭਗਤ ਰਵਿਦਾਸ ਸਾਹਿਬ ਜੀਆਂ ਨੇ ਸ਼ਬਦ ਵਿੱਚ ਕੀਤਾ। ਕਹਿਣ ਲੱਗੇ ਬਾਬਾ ਰਵਿਦਾਸ ਸਾਹਿਬ ਜੀ, ਭਗਤ ਰਵਿਦਾਸ ਸਾਹਿਬ ਜੀ, जब हम होते तब तू नाही, अब तू ही मैं नाही, अनल अगम जैसे लहर में ओदद, जल केवल जल माही। माधवे क्या कहिए भरम ऐसा, जैसा मानीए होए ना तैसा। जिद्दां मनदे हां उदां नहीं हुंदा। उत्थे उदाहरण दित्ती, राज भुयंग प्रसंग जैसे हैं, अब कछ मर्म जनाया, अनक कटक जैसे भूल परे, अब कहते कहन ना आया। ਰੱਸੀ ਦੀ ਉਦਾਹਰਣ, ਸੱਪ ਦੀ ਉਦਾਹਰਣ ਦਿੱਤੀ। ਹਨੇਰੇ ਵਿੱਚ ਪਈ ਹੋਈ ਰੱਸੀ ਵੀ ਸੱਪ ਜਾਪਦੀ ਹੈ, ਹਾਲਾਂਕਿ ਉਹ ਸੱਪ ਨਹੀਂ ਪਰ ਹਨੇਰਾ ਹੈ। ਅਗਿਆਨਤਾ ਦੇ ਹਨੇਰੇ ਕਾਰਨ ਝੂਠ ਵੀ ਸੱਚ ਜਾਪਦਾ ਹੈ। ਇੱਥੇ ਵੀ ਹਨੇਰਾ ਹੈ ਨਾ। ਇਹ ਹਨੇਰਾ ਕਾਹਦਾ ਹੈ? ਆਪਣੀ ਮਤ ਦੇ ਉੱਪਰ ਹਨੇਰਾ ਹੈ ਅਗਿਆਨਤਾ ਦਾ, ਜਿਹਦੇ ਕਾਰਨ ਇਹ ਸੱਚ ਜਾਪਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸ਼ਬਦਾਂ ਦੇ ਦਰਸ਼ਨ ਕਰਨੇ ਹਾਂ, ਗੁਰਦੇਵ ਜੀਆਂ ਨੇ ਤਾਂ ਬੜੇ ਵਿਸਥਾਰ ਦੇ ਨਾਲ ਇਹਨਾਂ ਬਚਨਾਂ ਨੂੰ ਅੰਕਿਤ ਕੀਤਾ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ। ਤੇ ਖਿਮਾ ਕਰਨਾ ਇਹ ਵੀ ਇੱਕ ਸਚਾਈ ਹੈ ਸਾਡੇ ਜੀਵਨ ਦੀ। ਕਿਸੇ ਸਤਿਕਾਰਯੋਗ ਸ਼ਖਸੀਅਤ ਨੇ ਬਚਨ ਕਹੇ ਸਨ, ਕਹਿੰਦੇ ਕਿਸੇ ਨੇ ਨਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਯਾਦ ਕਰਦੇ ਆ, ਜਿਵੇਂ ਹੁਣ ਵਿਆਹ ਦੇ ਕਾਰਡਾਂ ਦੇ ਉੱਪਰ ਲਿਖ ਦਿੰਦੇ ਨੇ ਨਾ ਵੀ ਧੰਨ ਗੁਰੂ ਤੇਗ ਬਹਾਦਰ। ਜਦੋਂ ਕੋਈ ਮੰਨ ਲਓ ਬੱਚੇ ਜਾਂ ਬੱਚੀ ਦੇ ਵਿਆਹ ਦੀ ਸ਼ਾਦੀ ਦਾ ਕਾਰਡ ਕੱਢਣਾ ਹੈ, ਪਹਿਲਾਂ ਕਹਿੰਦੇ ਗੁਰੂ ਘਰ ਦਾ ਕੱਢੋ। ਲਿਖ ਦਿੱਤਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਨਾਮ ਲਿਖ ਦਿੱਤਾ, ਜਾਂ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ।
ਬੱਚੇ ਜਾਂ ਬੱਚੀ ਦੇ ਵਿਆਹ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਅਖੰਡ ਪਾਠ ਸਾਹਿਬ ਰੱਖ ਲਿਆ। ਤੇ ਜੇ ਮੁੱਖ ਵਾਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਆ ਗਿਆ, ਭਾਈ ਜੀ ਇਹ ਕੀ ਹੋਇਆ? ਆਪਾਂ ਯਾਦ ਕੀਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ, ਤੇ ਜੇ ਮੁੱਖ ਵਾਕ 9ਵੇਂ ਪਾਤਸ਼ਾਹ ਦੀ ਬਾਣੀ ਵਿੱਚੋਂ ਆ ਗਿਆ, ਭਾਈ ਸਾਹਿਬ ਇਹ ਕੀ? ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਵਿੱਚੋਂ ਮੁੱਖ ਵਾਕ ਕਿਉਂ ਆਇਆ ਹੈ? ਆਪਾਂ ਯਾਦ ਕੀਤਾ ਹੈ ਪਾਤਸ਼ਾਹ ਜੀ ਨੂੰ। ਇਹ ਵੀ ਸੱਚਾਈ ਹੈ ਸਾਡੇ ਜੀਵਨ ਦੀ। ਤੇ ਪਾਤਸ਼ਾਹ ਜੀ ਤਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤਾਂ ਗੀਤ ਗਾਉਂਦੇ ਹਨ, ਸਾਨੂੰ ਸੇਧ ਦਿੰਦੇ ਹਨ। ਜਗਤ ਮੈਂ ਝੂਠੀ ਦੇਖੀ ਪ੍ਰੀਤ, 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 ਝੂਠੀ ਦੇਖੀ ਪ੍ਰੀਤ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਬਾਬਾ ਜਗਤ ਮੈਂ ਝੂਠੀ ਦੇਖੀ ਪ੍ਰੀਤ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਪਏ ਕਰਦੇ ਹਨ, ਬਾਬਾ ਆਇਆ ਹੈ, ਉੱਠ ਚੱਲਣਾ, ਆਏ ਹਾਂ, ਜਾਵਾਂਗੇ ਵੀ। ਤੂੰ ਵੇਖ ਤਾਂ ਸਹੀ ਉਹ ਸੱਜਣਾ, ਤੇਰੇ ਘਰ ਜਿਹੜੀ ਥਾਂ ਤੇ ਅੱਜ ਤੂੰ ਬੈਠਾ ਹੈ, ਕੀ ਇੱਥੇ ਪਹਿਲਾਂ ਨਹੀਂ ਸੀ ਕੋਈ ਆਣ ਕੇ ਬੈਠਾ? ਜਿਹੜੀ ਥਾਂ ਤੇ ਅੱਜ ਤੂੰ ਹੈ, ਤੇਰੇ ਤੋਂ ਪਹਿਲਾਂ ਵੀ ਕਈ ਆਏ। ਬਾਬਾ ਫਰੀਦ ਸਾਹਿਬ ਜੀ ਤਾਂ ਬਚਨ ਕਰਦੇ ਹਨ, ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ। ਸਤਿਗੁਰੂ ਜੀ ਦੀ ਪਾਵਨ ਅਲਾਣੀਆਂ ਬਾਣੀ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਬਚਨ ਹਨ, ਅਸਾਂ ਪੇ ਉਥੈ ਜਾਣਾ, ਜਿਸ ਕਾ ਕੀਆ ਤਿਨਹੀ ਲਿਆ, ਹੋਆ ਤਿਸੈ ਕਾ ਭਾਣਾ। ਜੋ ਤਿਨ ਕਰ ਪਾਇਆ ਸੋ ਅੱਗੇ ਆਇਆ, ਅਸੀਂ ਕੇ ਹੁਕਮ ਕਰੇ ਹਾਂ। ਤੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਭਾਈ ਜਿਹੜੀ ਥਾਂ ਤੇ ਸਾਡੇ ਨਾਲ ਦੇ ਚਲੇ ਗਏ, ਅਸਾਂ ਭੇ ਉਥੈ ਜਾਣਾ। ਸਮਾਂ ਆਏਗਾ, ਹਾਂ, ਉਹ ਕਿਸੇ ਦਾ ਅੱਜ ਸਮਾਂ ਹੈ, ਕਿਸੇ ਦਾ ਕੱਲ ਨੂੰ ਹੈ, ਕਿਸੇ ਦਾ ਪਰਸੋਂ ਹੈ। ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਪਏ ਪੜ੍ਹਦੇ ਸਾਂ, ਦਰਸ਼ਨ ਕਰਦਿਆਂ ਗੌੜੀ ਰਾਗ ਦਾ ਇੱਕ ਸ਼ਬਦ ਆਇਆ, ਤੇ ਬਾਬਾ ਕਬੀਰ ਸਾਹਿਬ ਜੀਆਂ ਨੇ ਨਾ ਜਿਵੇਂ ਕੋਈ ਬੰਦੇ ਨੂੰ ਬਾਹੋਂ ਫੜ ਕੇ ਖਿਲਾਰ ਕੇ ਗੱਲ ਕਰੇ। ਬਾਬਾ ਕਬੀਰ ਸਾਹਿਬ ਜੀ ਦਾ ਸ਼ਬਦ ਆਇਆ, ਕਹਿੰਦੇ ਮੰਨ ਲਓ ਤੇਰੇ ਨਾਲ ਦੇ ਕੋਈ ਚਲਾ ਗਿਆ ਤੇਰਾ ਸਾਥੀ, ਤੇ ਜਦੋਂ ਕੋਈ ਨਾਲ ਦਾ ਚਲਾ ਜਾਏ, ਉਹਦੇ ਵਿਛੋੜੇ ਵਿੱਚ ਅੱਖਾਂ ਸੇਜਲ ਹੁੰਦੀਆਂ ਹਨ। ਤੇ ਬਾਬਾ ਕਬੀਰ ਸਾਹਿਬ ਜੀਆਂ ਨੇ ਨਾ ਉੱਥੇ ਸ਼ਬਦ ਕਹੇ, ਕਹਿੰਦੇ ਅਵਰ ਮੂਏ ਕਿਆ ਸੋਗ ਕਰੀਜੈ, ਤਉ ਕੀਜੈ ਜੋ ਆਪਣ ਜੀਜੈ। ਕਹਿੰਦੇ ਜੇ ਕੋਈ ਹੋਰ ਚੜ੍ਹਾਈ ਕੀਤਾ, ਤੂੰ ਸੋਗ ਕਰਨ ਵਾਸਤੇ ਬੈਠ ਗਿਆ, ਸੋਗ ਤਾਂ ਕਰ ਜੇ ਤੂੰ ਨਾ ਮਰਨਾ ਹੋਵੇ, ਰੋ ਤਾਂ ਤੂੰ ਤਾਂ ਜੇਕਰ ਤੂੰ ਨਾ ਜਾਣਾ ਹੋਵੇ। ਮਹਾਰਾਜੀਆਂ ਦੇ ਬੋਲ, ਅਵਰ ਮੂਏ ਕਿਆ ਸੋਗ ਕਰੀਜੈ, ਤਉ ਕੀਜੈ ਜੋ ਆਪਣ ਜੀਜੈ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ। ਕਹਿੰਦੇ ਚਿੰਤਾ ਤੇ ਅਨਹੋਣੀ ਦੀ ਹੈ, ਹੋਣੀ ਦੀ ਕਾਦੀ ਚਿੰਤਾ ਹੈ? ਵੀ ਜਿਹੜੀ ਗੱਲ ਉਹ ਵਾਪਰਨੀ ਹੈ, ਮਹਾਰਾਜ ਕਹਿੰਦੇ ਭਾਈ ਤੂੰ ਉਹਦੀ ਕਾਦੀ ਚਿੰਤਾ ਕਰੀ ਬੈਠਾ ਹੈ। ਸ਼ਬਦ ਆਰੰਭ ਪੰਕਤੀ ਤੋਂ, ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੋ ਵਾ, ਆਏ ਹਾਂ ਜਗਤ ਤੋਂ ਤੁਰਨਾ ਹੈ। ਸੱਚਾ ਘਰ ਸਚੜੈ ਸੇਵੀਐ, ਸੱਚ ਖਰਾ ਸਚਿਆਰੋ ਵਾ। ਜਿਨ੍ਹਾਂ ਨੇ ਸਾਹਿਬ ਜੀ ਨੂੰ ਸਿਮਰਿਆ, ਸੱਚੜਾ ਸੇਵੀਐ, ਸੱਚਾ ਘਰ, ਹਿਰਦੇ ਰੂਪੀ ਘਰ ਦੇ ਅੰਦਰ ਜਿਨ੍ਹਾਂ ਨੇ ਉਹ ਸੱਚੇ ਪਰਿਪੂਰਨ ਪਰਮਾਤਮਾ ਨੂੰ ਸੇਵਿਆ, ਉਹ ਸੱਚ ਖਰਾ, ਉਹ ਸਚਿਆਰੇ ਹੋਏ, ਤੇ ਤਥਾ ਉਹ ਨਿਰੋਲ ਖਲਾਸ ਸ਼ੁੱਧ ਹੋਏ। ਕੂੜ ਲੱਭ ਜਾ ਥਾਏ ਨ ਪਾਸੀ, ਅੱਗੇ ਲਹੈ ਨ ਠਾਓ। ਹਾਂ, ਝੂਠ ਲਾਲਚ ਵਸ ਹੋ ਕੇ ਥਾਏ ਨਾ ਪਾਸੀ, ਉਹਨਾਂ ਨੂੰ ਭਾਈ ਥਾਂ ਨਾ ਨਸੀਬ ਹੋਈ, ਅੱਗਾ ਲਹੈ ਨਾ ਠਾਓ। ਕੂੜ ਲੱਭ ਜਾ ਥਾਏ ਨਾ ਪਾਸੀ, ਅੱਗਾ ਲਹੈ ਨਾ ਠਾਓ। ਇੱਕ ਉਹ ਨੇ ਜਿਨ੍ਹਾਂ ਨੇ ਆਪਣੇ ਇੱਥੇ ਬੈਠਿਆਂ ਹੀ ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ, ਜਿਨ੍ਹਾਂ ਵਾਸਤੇ ਇਹ ਬੋਲ ਨੇ। ਤਥਾ ਭਾਈ ਇੱਕ ਉਹਦੇ ਤੋਂ ਵਿਛੋੜੇ ਕਾਰਨ, ਮਾਇਆ ਲੱਭ ਲਾਲਚ ਦੇ ਵਸ ਵਿੱਚ ਪੈਣ ਕਾਰਨ, ਕੂੜ ਲੱਭ ਜਾਂ ਥਾਏ ਨਾ ਪਾਸੀ,
ਅੱਗੇ ਲਹੈ ਨਾ ਠਾਉ ਭਾਈ, ਉਹਨਾਂ ਨੂੰ ਥਾਂ ਨਸੀਬ ਨਹੀਂ ਹੋਈ। ਅੰਤਰਿਆਉ ਨ ਬੈਸੋ ਕਹੀਐ, ਜੋ ਸੁਣੈ ਘਰ ਕਾਉ। ਇਹ ਤਾਂ ਮਹਾਰਾਜ ਕਹਿੰਦੇ ਭਾਈ ਉਹ ਗੱਲ ਹੋਈ ਜਿਵੇਂ ਕੋਈ ਉਜੜੇ ਘਰ ਦੇ ਅੰਦਰ ਕਾਂ ਜਾ ਕੇ ਕੁਰਲੀਆਂ ਕਰੇ, ਤੇ ਕਹਿੰਦੇ ਭਾਈ ਉਥੇ ਕੌਣ ਹੈ ਉਹਨੂੰ ਕੋਈ ਰੋਟੀ ਕੋਲੋਂ ਪਾਉਣ ਵਾਲਾ, ਕੋਈ ਵੀ ਨਹੀਂ। ਅੰਤਰ ਆਓ ਨਾ ਬੈਸੋ ਕਹੀਐ, ਇਹ ਤਾਂ ਗੱਲ ਉਹ ਹੋਈ ਵੀ ਜਿਵੇਂ ਕੋਈ ਉਸ ਥਾਂ ਤੇ ਗਿਆ ਤੇ ਕਿਸੇ ਨੇ ਵੀ ਉਹਨੂੰ ਬਹਿਣ ਵਾਸਤੇ ਥਾਂ ਨਾ ਦਿੱਤੀ। ਮਹਾਰਾਜ ਜੀਆਂ ਦੇ ਨਾ ਸ਼ਬਦ ਜਦੋਂ ਬਾਣੀ ਪੜ੍ਹਨੇ ਹਾਂ, ਸਤਿਗੁਰੂ ਜੀਆਂ ਨੇ ਬਚਨ ਬਖਸ਼ਿਸ਼ ਕੀਤੇ ਹਨ ਪਾਵਨ ਪਵਿੱਤਰ ਬਾਣੀ ਦੇ ਅੰਦਰ। ਰੇ ਰੇ ਦਰਗਾਹ ਕਹੈ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ। ਉਹ ਮਹਿਲੀ ਪਾਵੈ ਤੂੰ ਬੈਸਾ, ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਦਾ ਨਾਮ ਸਿਮਰਿਆ, ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਵਾਸਤੇ ਸਤਿਕਾਰ ਉਹਨਾਂ ਦਾ ਹੋਇਆ। ਤੇ ਭਾਈ ਇੱਕ ਉਹ ਨੇ ਜਿਹੜੇ ਫਿਰ ਮਾਇਆ ਵਿਹੜੇ ਹੋਣ ਕਾਰਨ ਅੰਤਰ ਆਓ ਨਾ ਬੈਸੋ ਕਹੀਐ, ਨਿਉ ਸੁਝੈ ਕਰ ਕਾਉ। ਜਿਵੇਂ ਉਜੜੇ ਘਰ ਦੇ ਅੰਦਰ ਕਾਂ ਜਾਏ, ਉਹਦਾ ਉੱਥੇ ਕੋਈ ਵਿਸਤਕਾਰ ਨਹੀਂ। ਜੰਮਣ ਮਰਨ ਵੱਡਾ ਵਿਛੋੜਾ, ਬਿਨ ਸਹਿ ਜਗ ਸੁਭਾਏ। ਜੰਮਣ ਤਥਾ ਮਰਨ ਦਾ ਜਿਹੜਾ ਵੱਡਾ ਵਿਛੋੜਾ ਪਰਿਪੂਰਨ ਪਰਮਾਤਮਾ ਦੇ ਨਾਲੋਂ ਵਿਛੜਨ ਕਰਕੇ ਪਿਆ ਹੋਇਆ ਹੈ। ਜਗਤ ਬਿਨਸਰਿਆ ਹੈ, ਇਸੇ ਵਿਛੋੜੇ ਦੇ ਕਾਰਨ ਉਸ ਪਰਿਪੂਰਨ ਪਰਮਾਤਮਾ ਤੋਂ ਵਿਛੜੇ ਹੋਏ ਕਾਰਨ। ਲਵ ਧੰਦੈ ਮਾਇਆ ਜਗਤ ਭੁਲਾਇਆ, ਕਾਲ ਖੜਾ ਰੁਆਏ। ਕਾਲ ਖੜਾ ਰੋਵਾਏ, ਕਾਲ ਫਿਰ ਮੌਤ ਉਸ ਜੀਵ ਨੂੰ ਡਰਾਉਂਦੀ ਹੈ। ਲਬ ਧੰਦਾ ਮਾਇਆ ਜਗਤ ਭੁਲਾਇਆ, ਕਾਲ ਖੜਾ ਰੋਵਾਏ। ਲਬ ਲਾਲਚ ਵਸ ਪੈਣ ਕਾਰਨ, ਮਾਇਆ ਵਿਹੜੇ ਹੋਣ ਕਾਰਨ, ਤਥਾ ਫਿਰ ਕਾਲ ਮੌਤ ਉਸ ਜੀਵ ਨੂੰ ਡਰਾਉਂਦੀ ਹੈ। ਬਾਬਾ ਆਵੋ ਭਾਈਓ, ਗਲ ਮਿਲੇ ਮਿਲ ਮਿਲ ਦੇ ਅਸੀਸਾਂ ਹੈ। ਆਓ ਭਾਈ ਬਾਬਾ ਆਵੋ, ਭਾਈ ਹੋ ਆਓ, ਗਲ ਮਿਲੈ ਮਿਲ ਕਰਕੇ ਕੀ ਕਰੀਏ, ਮਿਲ ਮਿਲ ਦੇਹ ਅਸੀਸਾਂ ਹੈ। ਅਸੀਸਾਂ ਦੇਵੋ ਵਿਛੜੇ ਹੋਏ ਨੂੰ, ਕਿ ਉਹ ਪਰਿਪੂਰਨ ਪਰਮਾਤਮਾ ਦੇ ਚਰਨਾਂ ਦੇ ਅੰਦਰ ਉਸ ਨੂੰ ਥਾਂ ਨਸੀਬ ਹੋ ਜਾਏ। ਅਸੀਸਾਂ ਦਿਓ ਉਸ ਨੂੰ ਕਿ ਉਹ ਪਰਿਪੂਰਨ ਪਰਮਾਤਮਾ ਜਿਸ ਦੇ ਦਰ ਤੋਂ ਵਿਛੜਿਆ ਹੈ, ਉਹਦੇ ਨਾਲ ਉਹਦਾ ਮੇਲ ਹੋ ਜਾਏ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸ਼ਬਦ ਸੋਹਿਲਾ ਸਾਹਿਬ ਪਾਵਨ ਪਵਿੱਤਰ ਬਾਣੀ ਦਾ ਸਾਧ ਸੰਗਤ ਜੀਓ ਜਿਹੜਾ ਪਹਿਲਾ ਸ਼ਬਦ ਹੈ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਆਂ ਦੇਖੈਗਾ ਦੇਵਨਹਾਰ, ਤੇਰਾ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਇਥੋਂ ਸ਼ਬਦ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਬਾਬਾ ਆਵੋ ਭਾਈ ਹੋ, ਗਲ ਮਿਲਹਿ ਮਿਲ ਮਿਲ ਦੇਹ ਅਸੀਸਾਂ ਹੈ। ਮਿਲ ਕਰਕੇ ਅਸੀਸਾਂ ਦਈਏ, ਕਾਦੀਆਂ ਅਸੀਸਾਂ, ਕਿ ਹੇ ਪਰਿਪੂਰਨ ਪਰਮਾਤਮਾ ਇਸ ਵਿਛੜੇ ਹੋਏ ਨੂੰ ਵੀ ਆਪਣੇ ਚਰਨਾਂ ਸੰਗ ਜੋੜ ਲਵੋ। ਬਾਬਾ ਸਤੜਾ ਮੈਲ ਨਾ ਚੁਕਈ, ਪ੍ਰੀਤਮ ਕੀਆ ਦੇ ਅਸੀਸਾਂ ਹੈ। ਇਹ ਭਾਈ ਨਾਲ ਇਹ ਵੀ ਹੈ, ਸੱਚੜਾ ਮੇਲ ਨਾ ਚੁੱਕਈ। ਸੱਚਾ ਮੇਲ ਫਿਰ ਉਹਦੇ ਵਿੱਚ ਕਦੇ ਵੀ ਵਿਛੋੜਾ ਨਹੀਂ ਹੁੰਦਾ। ਜਿਹੜਾ ਮਿਲ ਗਿਆ, ਪ੍ਰੀਤਮ ਕੀਆਂ ਦੇਹ ਅਸੀਸਾਂ ਹੈ, ਇਹ ਅਸੀਸਾਂ ਦਈਏ। ਬਾਬਾ ਸੱਚੜਾ ਮੇਲ ਨਾ ਚੁੱਕਈ, ਉਹ ਮੇਲ ਕਦੇ ਵੀ ਖਤਮ ਨਹੀਂ ਹੁੰਦਾ, ਤਥਾ ਜੀਵ ਫਿਰ ਵਿਛੋੜਾ ਨਹੀਂ ਹੁੰਦਾ। ਅਸੀਸਾਂ ਦੇਵੋ ਭਗਤ ਕਰੇਵੋ, ਮਿਲਿਆ ਕਾ ਕਿਆ ਮਿਲੋ। ਅਸੀਸਾਂ ਦਈਏ ਕਾਦੀਆਂ ਜੀ, ਭਗਤ ਕਰੇਵੋ, ਉਹ ਜੀਵ ਉਸ ਪਰਿਪੂਰਨ ਪਰਮਾਤਮਾ ਦੇ ਸੰਗ ਜੁੜਿਆ ਰਵੇ। ਤੇ ਨਾਲ ਇਹ ਵੀ ਮਹਾਰਾਜ ਕਹਿੰਦੇ ਮਿਲਿਆ ਕਾ ਕਿਆ ਮੇਲੋ, ਜਿਹੜੇ ਜੁੜ ਚੁੱਕੇ ਨੇ ਉਹ ਹੋਰ ਕੀ ਜੁੜਨਗੇ। ਭਾਵ ਕੀ? ਭਾਵ ਉਹ ਕਦੇ ਵੀ ਫਿਰ ਉਸ ਤੋਂ ਵਿਛੜਦੇ ਨਹੀਂ। ਇਕ ਭੂਲੇ ਨਾਵੋ ਥੇਵੋ ਥਾਵੋ,
ਗੁਰ ਸਬਦੀ ਸਚ ਖੇਲੋ। ਇੱਕ ਉਹ ਵੀ ਜੀਵ ਹਨ, ਸਤਿਗੁਰੂ ਜੀਆਂ ਨੇ ਦੋਵੇਂ ਪੱਖ ਰੱਖੇ, ਇੱਕ ਵਿਛੜੇ ਹੋਏ ਦਾ, ਇੱਕ ਜਿਹੜਾ ਉਸ ਪਰਿਪੂਰਨ ਪਰਮਾਤਮਾ ਦੇ ਸੰਗ ਭਾਵ ਜਿਹੜਾ ਜੁੜਿਆ ਹੋਇਆ ਹੈ। ਇੱਕ ਭੂਲੇ ਨਾਮੋਂ ਥੇਵੋਂ ਥਾਵੋਂ, ਇੱਕ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਤੋਂ, ਉਸ ਪਰਿਪੂਰਨ ਪਰਮਾਤਮਾ ਤੋਂ ਭੁੱਲੇ ਹੋਏ ਹਨ। ਹੇ ਭਾਈ ਆਓ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਸਿਮਰਨ ਦੇ ਅੰਦਰ ਖੇਡੀਏ। ਗੁਰ ਸ਼ਬਦੀ ਸੱਚ ਖੇਲੋ, ਉਸ ਸੱਚੇ ਪ੍ਰੀਤਮ ਦੀ ਯਾਦ ਦੇ ਅੰਦਰ ਸੱਚੇ ਨਾਮ ਸੰਗ ਜੁੜੀਏ। ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ, ਜੁਗ ਜੁਗ ਸੱਚੈ ਵੇਸੇ। ਹੇ ਭਾਈ ਫਿਰ ਕੀ ਹੋਵੇਗਾ, ਜਮ ਮਾਰਗ ਨਹੀਂ ਜਾਣਾ ਉਸ ਜੀਵ ਨੇ ਜਿਨੇ ਨਾਮ ਨੂੰ ਸਿਮਰਿਆ। ਜਮ ਮਾਰਗ ਨਹੀਂ ਜਾਣਾ, ਸ਼ਬਦ ਸਮਾਣਾ, ਹਮੇਸ਼ਾ ਸ਼ਬਦ ਦੇ ਅੰਦਰ ਜੁੜਿਆ ਰਿਹਾ। ਤਥਾ ਉਹ ਹਮੇਸ਼ਾ ਵਾਸਤੇ, ਜੁਗਾਂ ਜੁਗਾਂ ਵਾਸਤੇ ਭਾਵ ਸਦੀਵੀ ਉਹ ਸੱਚੇ ਅੰਦਰ ਮਿਲ ਗਿਆ। ਸਾਜਨ ਸਹਿਣ ਮਿਲ ਸੰਜੋਗੀ, ਗੁਰ ਮਿਲ ਖੁੱਲੇ ਫਾਸੇ। ਗੁਰੂ ਸੰਗ ਮਿਲੇ, ਗੁਰ ਮਿਲ ਖੋਲੇ ਫਾਸੇ। ਗੁਰੂ ਸੰਗ ਮਿਲੇ ਤੇ ਜਿਹੜੇ ਫਾਹੇ ਸਨ ਛੁੱਟ ਗਏ, ਖੁੱਲ ਗਏ ਸਾਰੇ। ਸਾਜਨ ਸੈਣ ਮਿਲੋ ਸੰਜੋਗੀ, ਆਓ ਭਾਈ ਮਿਲੋ, ਸਤ ਸੰਗਤ ਦੇ ਅੰਦਰ ਜੁੜ ਕਰਕੇ ਨਾਮ ਸਿਮਰਿਏ। ਤੇ ਜਦੋਂ ਨਾਮ ਸਿਮਰਿਆ ਤੇ ਫਿਰ ਬਖਸ਼ਿਸ਼ ਕੀ ਹੋਈ, ਗੁਰ ਮਿਲ ਖੋਲੇ ਫਾਸੇ। ਗੁਰੂ ਸੰਗ ਮਿਲ ਕਰਕੇ ਫਾਹੇ ਸਨ, ਮਹਾਰਾਜ ਕਹਿੰਦੇ ਭਾਈ ਫਿਰ ਉਹ ਫਾਹੇ ਛੁੱਟ ਗਏ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਜਿਹੜੇ ਸ਼ਬਦ ਹਨ ਪਾਵਨ ਬਾਣੀ ਦੇ ਵਿੱਚੋਂ, ਮਹਾਰਾਜ ਕਹਿੰਦੇ ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ। ਆਏ ਇਕੱਠੇ, ਰਸਤੇ ਬਦਲ ਗਏ। ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਮਹਾਰਾਜ ਕਹਿੰਦੇ ਗੁਰਮੁਖਾਂ ਨੇ ਤਾਂ ਜੀਵਨ ਵਿੱਚ ਆਪਣਾ ਲਾਹਾ ਲਿਆ। ਇੱਕ ਕਈ ਵਾਰ ਜਿਹੜੇ ਸ਼ਬਦ ਹਨ ਸਾਧ ਸੰਗਤ ਜੀਓ, ਕੁਝ ਸ਼ਬਦ ਮਹਾਰਾਜ ਜੀਆਂ ਨੇ ਗੁਰਮੁਖ ਪਿਆਰੀਆਂ ਰੂਹਾਂ ਵਾਸਤੇ ਕਹੇ, ਤੇ ਕੁਝ ਇੱਕ ਸ਼ਬਦ ਜਿਹੜੇ ਨਾਮ ਸਿਮਰਨ ਉਸ ਪਰਿਪੂਰਨ ਪਰਮਾਤਮਾ ਤੋਂ ਵਿਛੜੇ ਹੋਏ ਜਗਤ ਦੇ ਅੰਦਰ ਜਿਹੜੇ ਜੀਵ ਰੁੱਝੇ ਹੋਏ, ਕੁਝ ਸ਼ਬਦ ਸਤਿਗੁਰੂ ਜੀਆਂ ਨੇ ਉਹਨਾਂ ਪ੍ਰਥਾਏ ਉਚਾਰਨ ਕੀਤੇ ਹਨ। ਜਿਵੇਂ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਫਰੀਦਾ ਦਰਿਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ। ਕੇਲ ਕਰੇਂਦੇ ਹੰਝਨੋਂ ਅਚਿੰਤੇ ਬਾਜ ਪਏ। ਇਹ ਜਿਹੜਾ ਸ਼ਬਦ ਗੁਰਮੁਖਾਂ ਵਾਸਤੇ ਨਹੀਂ, ਗੁਰਮੁਖ ਉਸ ਪਰਿਪੂਰਨ ਪਰਮਾਤਮਾ ਤੋਂ ਕਦੇ ਉਸ ਦੀ ਯਾਦ ਨੂੰ ਆਪਣੇ ਦਿਲੋਂ ਵਸਾਰਦੇ ਨਹੀਂ। ਫਰੀਦਾ ਦਰਿਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਉਹ ਤਾਂ ਸਦੀਵੀ ਉਸ ਪਰਿਪੂਰਨ ਪਰਮਾਤਮਾ ਦੇ ਸੰਗ ਜੁੜੇ ਹੋਏ ਹਨ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕਈ ਵਾਰ ਜਿਹੜੀਆਂ ਪੰਕਤੀਆਂ ਹਨ ਪਾਵਨ ਪਵਿੱਤਰ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀਆਂ, ਉਹ ਜੀਵ ਦੀ ਭਾਵੇਂ ਕਿਸੇ ਵੀ ਢੰਗ ਨਾਲ ਮੌਤ ਹੋਈ ਹੋਵੇ ਤੇ ਉਹ ਪਵਿੱਤਰ ਜਿਹੜੀਆਂ ਪਾਵਨ ਪਵਿੱਤਰ ਬਾਣੀ ਦੀਆਂ ਪੰਕਤੀਆਂ ਹਰ ਇੱਕ ਥਾਂ ਤੇ ਨਹੀਂ ਢੁਕਾਈਆਂ ਜਾ ਸਕਦੀਆਂ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ। ਉਹ ਹਰ ਇੱਕ ਵਾਸਤੇ ਵੀ ਨਹੀਂ ਹਨ। ਉਹ ਭਾਵੇਂ ਕਿ ਦੁਨਿਆਵਿਕ ਤੌਰ ਤੇ ਭਾਵੇਂ ਕਹਿ ਦਿੱਤੀਆਂ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਭਾਈ ਉਹ ਹਰ ਇੱਕ ਨਹੀਂ ਹਨ। ਹੈਣ ਵਿਰਲੇ ਨਾ ਹੀ ਘਣੇ ਜਿਨ੍ਹਾਂ ਨੇ ਬੈਠਿਆਂ ਹੋਇਆਂ ਹੀ ਆਪਣਾ ਜਿਹੜਾ ਜਨਮ ਜਗਤ ਦੇ ਅੰਦਰ ਸਵਾਰਿਆ ਤੇ ਪਰਿਪੂਰਨ ਪਰਮਾਤਮਾ ਦੇ ਚਰਨਾਂ ਵਿੱਚ ਉਹਨਾਂ ਨੂੰ ਜਿਹੜੀ ਢੋਈ ਸੀ ਉਹ ਨਸੀਬ ਹੋਈ। ਉਹ ਹੈਣ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ, ਭਾਈ ਉਹ ਇਸ ਜਗਤ ਦੇ ਅੰਦਰ ਵਿਰਲੇ ਹਨ। ਮਹਾਰਾਜ ਜੀ ਬਖਸ਼ਿਸ਼ ਪਏ ਕਰਦੇ ਹਨ ਭਾਈ। ਫਿਰ ਉਹਨਾਂ ਨੇ ਗੁਰ ਮਿਲ ਗੁਰੂ ਸੰਗ ਮਿਲ ਕਰਕੇ ਖੋਲੇ ਫਾਸੇ, ਫਾਹੇ ਤਿਨਾਂ ਦੇ ਛੁੱਟ ਗਏ। ਬਾਬਾ ਲਗੜਾਇਆ ਜਗ ਮੈਂ, ਦੁੱਖ ਸੁਖ ਲੇਖ ਲਖਾਇਆ। ਹੇ ਭਾਈ ਇਹ ਜੀਵ ਨਾਂਗੜਾ ਨੰਗਾ ਆਇਆ ਇਸ ਜਗਤ ਦੇ ਅੰਦਰ, ਤਥਾ ਦੁੱਖ ਸੁਖ ਲੇਖ ਲਿਖਾਇਆ।
ਆਪਣੇ ਮਸਤਕ ਦੇ ਉੱਪਰ ਇਹ ਆਪਣੇ ਜਿਹੜੇ ਲੇਖ ਸਨ ਲਿਖਾ ਕੇ ਤੁਰਿਆ ਹੈ। ਇਹ ਜੀਵ, ਕਿਉਂਕਿ ਜੀਵ ਦਾ ਜਨਮ ਹੋਇਆ, ਆਤਮਾ ਦੇ ਤਾਂ ਸਫ਼ਰ ਦਾ ਪਤਾ ਹੀ ਕੋਈ ਨਹੀਂ। ਜਨਮ ਤਾਂ ਆਪਣਾ ਹੁਣ ਇਸ ਮਨੁੱਖਾ ਦੇਹੀ ਦੇ ਅੰਦਰ ਹੁਣ ਦਾ ਹੈ, ਪਰ ਮਹਾਰਾਜ ਕਹਿੰਦੇ ਭਾਈ ਜਿਹੜਾ ਇਹਦਾ ਸਫ਼ਰ ਹੈ, ਇਹਦਾ ਸਫ਼ਰ ਹੁਣ ਦਾ ਨਹੀਂ, ਇਹਦਾ ਸਫ਼ਰ ਬੜਾ ਲੰਬੇਰਾ ਸਫ਼ਰ ਹੈ, ਬੜਾ ਲੰਬੇਰਾ ਸਫ਼ਰ ਹੈ। ਜਿਵੇਂ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਾਬਾ ਕਬੀਰ ਸਾਹਿਬ ਭਗਤ ਬਾਣੀ ਦੇ ਵਿੱਚੋਂ ਉਦਾਹਰਣ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ। ਕਹਿੰਦੇ ਇਹ ਜਿਹੜਾ ਅੰਦਰ ਦਾ ਕੱਪੜਾ ਹੈ ਨਾ, ਹਿਰਦੇ ਰੂਪੀ ਆਤਮਾ ਰੂਪੀ, ਇਹ ਅਤਿਅੰਤ ਮੈਲਾ ਹੋ ਗਿਆ ਹੈ। ਮਹਾਰਾਜ ਕਿਉਂ? ਕਹਿੰਦੇ ਵੀ ਇਹਦਾ ਸਫ਼ਰ ਬੜਾ ਲੰਬੇਰਾ ਹੈ। ਉਹਨਾਂ ਵੱਖ-ਵੱਖ ਥਾਵਾਂ ਤੋਂ ਭਟਕਦਿਆਂ ਜਦੋਂ ਇਸ ਜੀਵ ਇੱਥੋਂ ਤੱਕ ਪਹੁੰਚਿਆ, ਉਹਦੇ ਜਿਹੜੇ ਨਾਲ ਸਨ ਦੁੱਖ ਤੇ ਸੁੱਖ, ਉਹ ਨਾਲ ਹੀ ਆਪਣੇ ਲੇਖ ਵੀ ਫਿਰ ਉਹ ਨਾਲ ਹੀ ਲਈ ਆਇਆ। ਬਾਬਾ ਨਾਂਗੜਾ ਜਗ ਆਇਆ ਜਗ ਮੈਂ, ਦੁੱਖ ਸੁੱਖ ਲੇਖ ਲਿਖਾਇਆ, ਇਹ ਨਾਲ ਹੀ ਲਿਖਾ ਕੇ ਲਿਆਇਆ। ਲਿਖਿਆੜਾ ਸਹ ਨਾ ਟਲੈ ਜਿਹੜਾ ਪੁਰਬ ਕਮਾਇਆ। ਤਥਾ ਇਹ ਲਿਖਿਆ ਹੋਇਆ ਲੇਖ ਇਹ ਵੀ ਟਲਦਾ ਨਹੀਂ। ਲਿਖਿਆੜਾ ਲੇਖ, ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ। ਜੋ ਭਾਵ ਇਹਨੇ ਪੁਰਬ ਦੇ ਅੰਦਰ ਜਿਹੜੇ ਇਹਨੇ ਪਹਿਲਾਂ ਜੀਵਨ ਦੇ ਅੰਦਰ ਕਮਾਏ ਹੋਏ ਹਨ, ਇਹ ਇਹਦੇ ਨਾਲ ਹੀ ਹਨ। ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ। ਆਸਾ ਦੀ ਵਾਰ ਪਾਵਨ ਪਵਿੱਤਰ ਬਾਣੀ ਵਿੱਚੋਂ ਬਚਨ ਪੜ੍ਹਨੇ ਹਾਂ ਮਹਾਰਾਜ ਜੀਆਂ ਦੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਹੀ ਪੌੜੀ ਹੈ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ। ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ। ਭਾਈ ਇਹ ਤਾਂ ਜੀਵਨ ਦੇ ਅੰਦਰ ਹੈ, ਸੱਚਾਈ ਹੈ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ। ਹੁਕਮ ਕੀਏ ਮਨ ਭਾਵੰਦੇ ਰਾਹ ਭੀੜਾ ਅੱਗਾ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਲਿਖਿਆੜਾ ਸਾਹਾ ਨਾ ਟਲੈ, ਭਾਈ ਸਾਹਾ ਉਹ ਟਲਦਾ ਨਹੀਂ ਜਿਹੜਾ ਪੁਰਬ ਕਮਾਇਆ, ਜਿਹੜਾ ਭਾਵੇਂ ਨੇ ਪ੍ਰਾਲਬੱਧ ਜੀਵਨ ਵਿੱਚ ਕਮਾਇਆ ਹੈ। ਵਹਿ ਸੱਚ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ। ਉਸ ਪਰਿਪੂਰਨ ਪਰਮਾਤਮਾ ਜੀ ਨੇ ਬਹਿ ਸੱਚ ਹੈ ਲਿਖਿਆ, ਉਹਨੇ ਫਿਰ ਕਲਮ ਚੁੱਕੀ, ਲਿਖਿਆ ਹੈ ਲੇਖ। ਉਹਨੇ ਅੰਮ੍ਰਿਤ ਵੀ ਲਿਖ ਦਿੱਤਾ, ਉਹਨੇ ਜ਼ਹਿਰ ਵੀ ਲਿਖ ਦਿੱਤਾ। ਬਹਿ ਸੱਚ ਹੈ ਲਿਖਿਆ, ਅੰਮ੍ਰਿਤ ਵਿਖਿਆ। ਵਿਖਿਆ ਕਹਿੰਦੇ ਨੇ ਜ਼ਹਿਰ ਨੂੰ, ਅੰਮ੍ਰਿਤ ਵੀ ਉਹਨੇ ਲਿਖ ਦਿੱਤਾ, ਜ਼ਹਿਰ ਵੀ ਉਹਨੇ ਭਾਵ ਲਿਖ ਦਿੱਤਾ। ਜਿਤ ਲਾਇਆ ਤਿਤ ਲਾਗਾ, ਫਿਰ ਜੀਵ ਉਸੇ ਪਾਸੇ ਲੱਗਾ ਰਿਹਾ। ਕਾਮਣਿਆਰੀ ਕਾਮਣ ਪਾਏ, ਬਹੁ ਰੰਗੀ ਗਲ ਤਾਗਾ। ਔਰ ਇਸ ਜੀਵ ਦੇ ਉੱਪਰ ਮਾਇਆ ਨੇ ਕਾਮਣਿਆਰੀ, ਇਸ ਮਾਇਆ ਨੇ ਟੂਣੇ ਹਾਰੀ, ਇਸ ਮਾਇਆ ਨੇ ਕਾਮਣ ਪਾਏ ਟੂਣਾ ਪਾਇਆ। ਬਹੁ ਰੰਗੀ ਗਲ ਤਾਗਾ, ਗਲ ਵਿੱਚ ਇਹਦੇ ਸਤਰੰਗੀ ਧਾਗਾ ਵੀ ਪਾ ਲਿਆ। ਭਾਵ ਇਸ ਜੀਵ ਨੂੰ ਆਪਣੇ ਵਸ ਦੇ ਅੰਦਰ ਕਰ ਲਿਆ। ਜਿਹੜਾ ਜੀਵ ਫਿਰ ਉਸ ਪਰਿਪੂਰਨ ਪਰਮਾਤਮਾ ਤੋਂ, ਜੋ ਜੀਵ ਫਿਰ ਵਿਛੜ ਗਿਆ, ਇਸ ਮਾਇਆ ਨੇ ਆਪਣੇ ਸੰਗ ਜੀਵ ਨੂੰ ਜੋੜ ਲਿਆ। ਕਾਮਣਿਆਰੀ ਕਾਮਣ ਪਾਏ, ਬਹੁ ਰੰਗੀ ਗਲ ਤਾਗਾ, ਜੀਵ ਨੂੰ ਪਰਿਪੂਰਨ ਪਰਮਾਤਮਾ ਨਾਲੋਂ ਤੋੜ ਲਿਆ। ਹੋਸ਼ੀ ਮਤ ਭਇਆ ਮਨ ਹੋਸ਼ਾ, ਗੁੜਸਾ ਮੱਖੀ ਖਾਇਆ। ਹੁਣ ਜੀਵ ਮਤ ਵੀ ਹੌਲੀ ਹੋਈ, ਹੋਛੀ ਮਤ ਭਇਆ ਮਨ ਹੋਛਾ, ਮਨ ਵੀ ਹੋਛਾ ਹੋਇਆ, ਗੁੜ ਸਾ ਮੱਖੀ ਖਾਇਆ। ਮੱਖੀ ਨੇ ਸੋਚਿਆ ਵੀ ਮੈਂ ਗੁੜ ਦਾ ਸੇਵਨ ਕਰ ਰਹੀ ਹਾਂ। ਮੱਖੀ ਨੇ ਇਹ ਬਾਤ ਸੋਚੀ ਵੀ ਮੈਂ ਗੁੜ ਦਾ ਸੇਵਨ ਕਰ ਰਹੀ ਹਾਂ। ਗਿੱਲੇ ਗੁੜ ਦੇ ਉੱਪਰ ਉਸ ਥਾਂ ਤੇ ਭੇਲੀ ਉੱਪਰ ਬੈਠ ਗਈ।
ਰਸ ਮਾਣਦੀ ਜਦੋਂ ਉੱਡਣ ਦਾ ਯਤਨ ਕੀਤਾ, ਫਿਰ ਉੱਡੀ ਨਾ, ਉਸੇ ਫਿਰ ਗੁੜ ਦੇ ਅੰਦਰ ਹੀ, ਉਸੇ ਭੇਲੀ ਵਿੱਚ ਹੀ, ਉੱਥੇ ਹੀ ਫਸ ਗਈ ਤੇ ਉੱਥੇ ਹੀ ਮੌਤ ਹੋ ਗਈ। ਤੇ ਬਾਬਾ ਫਰੀਦ ਸਾਹਿਬ ਇਸ ਬਚਨ ਨੂੰ ਇਉਂ ਵੀ ਅੰਕਿਤ ਕਰਦੇ ਹਨ, ਫਰੀਦਾ ਇਹ ਵਿਸ ਗੰਧਲਾਂ ਧਰੀਆਂ ਖੰਡ ਵਲਾੜ, ਇੱਕ ਰਾਹ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਇਹ ਤਾਂ ਜਿਹੜੀਆਂ ਜ਼ਹਿਰ ਦੀਆਂ ਗੰਧਲਾਂ ਜਿਹਦੇ ਉੱਪਰ ਮਹਾਰਾਜ ਕਹਿੰਦੇ ਭਾਈ ਖੰਡ ਦਾ ਕਲੇਪਾ ਚੜਿਆ ਹੋਇਆ ਹੈ। ਜਿਹੜਾ ਖੰਡ ਦਾ ਕਲੇਪਾ ਜਾਪਦਾ ਹੈ ਵੀ ਇਹ ਮਿੱਠਾ ਹੈ, ਪਰ ਹੈ ਉਹ ਮੋਹਰਾ ਜਿਹਦਾ ਇਹ ਜੀਵ ਸੇਵਨ ਪਿਆ ਕਰਦਾ ਹੈ। ਕਾਹਦਾ ਭਾਈ? ਆ ਸੰਸਾਰ ਸੰਗ ਜੁੜਨ ਦਾ, ਨਿਰੰਕਾਰ ਨਾਲੋਂ ਟੁੱਟਣ ਦਾ। ਹੋਛੀ ਮਤ ਭਇਆ ਮਨ ਹੋਛਾ, ਗੁੜ ਸਾ ਮੱਖੀ ਖਾਇਆ। ਉਸੇ ਮੱਖੀ ਦੀ ਉਸੇ ਥਾਂ ਤੇ ਮੌਤ ਹੋਈ। ਨਾ ਮਰਜਾਦ ਆਇਆ ਕਲ ਭੀਤਰ, ਨਾਂਗੋ ਬੰਦ ਚਲਾਇਆ। ਇਹ ਮਰਜ਼ਾਦਾ ਰਹਿਤ, ਨਾ ਮਰਜ਼ਾਦ ਅਰਥ ਇਹ ਮਰਜ਼ਾਦਾ ਰਹਿਤ ਆਇਆ, ਭਾਵ ਨੰਗਾ ਆਇਆ। ਨਾ ਮਰਜ਼ਾਦ ਆਇਆ ਕਲ ਭੀਤਰ, ਤੇ ਇਸੇ ਤਰ੍ਹਾਂ ਹੀ ਇਥੋਂ ਜੀਵ ਚਲਾ ਗਿਆ। ਇਸ ਸੰਸਾਰ ਤੋਂ ਨਾਂਗੋ ਬੰਦ ਚਲਾਇਆ, ਇਸੇ ਤਰ੍ਹਾਂ ਬੰਨ ਕਰਕੇ ਅੱਗੇ ਲਾ ਕੇ ਤੋਰ ਲਿਆ। ਬਾਬਾ ਰੋਵੋ ਜੇ ਕਿਸੇ ਰੋਵਣਾ, ਜਾਨੀ ਅੜਾ ਬੰਦ ਪਠਾਇਆ ਹੈ। ਹੁਣ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਸ਼ਬਦ ਦੇ ਅਖੀਰ ਵਾਲੇ ਪਦੇ ਦੇ ਅੰਦਰ ਪਏ ਬਖਸ਼ਿਸ਼ ਕਰਦੇ ਹਨ। ਹੇ ਭਾਈ, ਕੋਈ ਸਨੇਹੀ ਚਲਾ ਗਿਆ ਸੰਸਾਰ ਤੋਂ, ਮੌਤ ਹੋਈ, ਉਹਦੀ ਯਾਦ ਦੇ ਅੰਦਰ ਬੈਠ ਕੇ ਰੋਣ ਲੱਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਰੋ ਕੇ ਵੇਖ ਲਓ, ਬਾਬਾ ਰੋਵੋ ਜੇ ਕਿਸੇ ਰੋਵਣਾ, ਰੋ ਕੇ ਵੇਖ ਲਵੋ ਵੀ ਜੇ ਇਹਦੇ ਨਾਲ ਹੀ ਵਾਪਸ ਆਉਂਦਾ ਹੋਵੇ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੈ ਆਦਮੀ ਬਾਂਧੇ ਘਰ ਬਾਰਾ। ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ। ਹੈ ਭਾਈ ਉੱਠ ਪਓ, ਸਮਾਂ ਹੈ ਉੱਠਣ ਦਾ। ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ। ਰਹਾਓ ਨੀਤ ਨੀਤ ਕਰ ਬਾਂਧੀਐ, ਜੇ ਰਹਿਣਾ ਹੋਈ ਪਿੰਡ ਪਵੈ ਜੀਓ ਚੱਲਸੀ। ਜੇ ਜਾਣਾ ਕੋਈ ਉਹੀ ਉਹੀ ਕਿਆ ਕਰੋ ਹੈ ਹੋਸੀ ਸੋਈ। ਤੁਮ ਰੋਵੋਗੇ ਉਸ ਨੂੰ ਤੁਮ ਕੋ ਕੌਣ ਰੋਈ। ਧੰਦਾ ਪਿਟੋ ਭਾਈਓ ਤੁਮ ਕੂੜ ਕਮਾਵੋ, ਉਹ ਨਾ ਸੁਣੀ ਕਤ ਹੀ ਤੁਮ ਲੋਕ ਸੁਣਾਵੋ। ਭਾਈ ਜਿਹੜਾ ਚਲਾ ਗਿਆ ਕੀ ਉਹ ਤੁਹਾਡੇ ਵੈਨ ਨੂੰ ਪਿਆ ਸੁਣਦਾ ਹੈ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵ ਨੂੰ ਜਗਾਉਂਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਬਾਬਾ ਰੋਵੋ ਜੇ ਕਿਸੈ ਰੋਵਣਾ, ਜਾਨੀਅੜਾ ਬੰਦ ਪਠਾਇਆ ਹੈ। ਜਾਨੀਅੜਾ ਆਪਣਾ ਸਨੇਹੀ ਅੱਗੇ ਜਿਹਨੂੰ ਲਾ ਕੇ ਤੋਰ ਲਿਆ। ਮਹਾਰਾਜ ਕਹਿੰਦੇ ਭਾਈ ਇਹ ਰੋਣਾ ਵਿਅਰਥ ਹੈ ਸੰਸਾਰ ਦੇ ਉੱਪਰ। ਇਹ ਰੋਣਾ ਹੁਣ ਭਾਈ ਇਸ ਤਰੀਕੇ ਨਾਲ ਤਾਂ ਉਸਨੇ ਵਾਪਸ ਨਹੀਂ ਆਉਣਾ। ਲਿਖਿਆੜਾ ਲੇਖ ਨਾ ਮਿਟੀਐ, ਦਰ ਕਰੜਾ ਆਇਆ ਹੈ। ਉਸ ਪਰਿਪੂਰਨ ਪਰਮਾਤਮਾ ਦੇ ਘਰੋਂ ਆਏ ਹੋਏ ਸਨੇਹ ਨੂੰ ਮੇਟਿਆ ਨਹੀਂ ਜਾ ਸਕਦਾ। ਉਹਦੇ ਸਨੇਹ ਨੂੰ ਕੋਈ ਕਹਿ ਦਵੇ ਵੀ ਨਹੀਂ, ਮਹਾਰਾਜ ਕਹਿੰਦੇ ਭਾਈ ਏਦਾਂ ਨਹੀਂ। ਅੱਜ ਤੋਂ ਪਹਿਲਾਂ ਪੁਰਾਤਨ ਸਮੇਂ ਜਦੋਂ ਕੋਈ ਲੋਕ ਇੰਨੇ ਪੜ੍ਹੇ ਲਿਖੇ ਨਹੀਂ ਸਨ, ਜਦੋਂ ਕੋਈ ਮੌਤ ਵਾਲੀ ਚਿੱਠੀ ਆਉਣੀ ਤੇ ਉਹਦਾ ਕੋਈ ਜਿਹੜਾ ਇੱਕ ਨੁੱਕਰ ਤੋਂ ਚਿੱਠੀ ਪਾੜ ਦੇਣੀ। ਜਦੋਂ ਕੋਈ ਹੁਣ ਤਾਂ ਚਲੋ ਸੁਨੇਹਾ ਦੇਣਾ ਤੇ ਹੁਣ ਤਾਂ ਚਲੋ ਝਟਪਟ ਸੁਨੇਹੇ ਦਿੱਤੇ ਜਾਂਦੇ ਹਨ ਵੀ ਫਲਾਣੀ ਫਲਾਣੀ ਥਾਂ ਤੇ ਕਿਤੇ ਵੀ ਕੋਈ ਸੱਜਣ, ਕੋਈ ਰਿਸ਼ਤੇਦਾਰੀ ਅੰਦਰ ਕੋਈ ਏਦਾਂ ਕੋਈ ਘਟਨਾ ਵਾਪਰ ਜਾਏ ਤੇ ਕੋਈ ਥੋੜੇ ਸਮੇਂ ਦੇ ਅੰਦਰ ਸੁਨੇਹਾ ਦਿੱਤਾ ਜਾਂਦਾ ਹੈ। ਪਹਿਲਾਂ 6-6 ਮਹੀਨੇ, ਕੋਈ 4-4 ਮਹੀਨੇ ਤੱਕ ਸੁਨੇਹਾ ਲਾਉਂਦਿਆਂ ਨੂੰ ਸਮਾਂ ਲੰਘ ਜਾਣਾ। ਤੇ ਜਿਹੜਾ ਸੁਨੇਹਾ ਦੇਣਾ, ਮੰਨ ਲਓ ਜੇ ਇਦਾਂ ਦਾ ਕੋਈ ਰੁੱਕਾ ਜਾਂ ਚਿੱਠੀ ਪੱਤਰ ਕੋਈ ਰੁੱਕਾ ਹੀ ਜੇ ਕਿਸੇ ਨੇ ਲਿਖਿਆ, ਤੇ ਜੇ ਕੋਈ ਇਦਾਂ ਦੀ ਮੌਤ ਵਾਲੀ ਗੱਲਬਾਤ ਹੋਣੀ, ਕੋਈ ਇਦਾਂ ਦੀ ਅਣਸੁਖਾਵੀ ਘਟਨਾ ਵਾਲੀ ਹੋਣੀ, ਇੱਕ ਨੁੱਕਰ ਤੋਂ ਚਿੱਠੀ ਪਾੜ ਕੇ ਪੋਸਟ ਕਰ ਦੇਣੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਓ ਦੇ ਘਰ ਪਾਵਨ ਪਵਿੱਤਰ ਬਾਣੀ ਅੰਦਰ ਮਹਾਰਾਜ ਕਹਿੰਦੇ, ਭਾਈ ਜਿਨ ਕੀ ਚੀਰੀ ਦਰਗਾ ਪਾਟੀ ਤਿਨਾ ਮਰਨਾ ਪਾਈ। ਜਿਨ੍ਹਾਂ ਦੀ ਚੀਰੀ ਕਹਿੰਦੇ ਨੇ ਚਿੱਠੀ ਨੂੰ, ਜਿਨ੍ਹਾਂ ਦੀ ਚਿੱਠੀ ਰੱਬ ਦੇ ਘਰੋਂ ਮਾਲਕ ਜੀਆਂ ਨੇ ਪਾੜ ਦਿੱਤੀ, ਤਿਨਾ ਮਰਨਾ ਪਾਈ। ਭਾਈ ਉਹਨਾਂ ਨੇ ਸੰਸਾਰ ਤੋਂ ਤੁਰਨਾ ਹੈ। ਲਿਖਿਆੜਾ ਲੇਖ ਨਾ ਮੇਟੀਐ, ਉਹ ਮਿਟਦਾ ਨਹੀਂ। ਦਰ ਹਕਾਰੜਾ ਆਇਆ ਹੈ, ਹਕਾਰੜਾ ਕਹਿੰਦੇ ਹਰਕਾਰਾ ਆਇਆ ਹੈ ਸੁਨੇਹਾ ਲੈ ਕੇ। ਡਾਕੀਆ ਆਇਆ ਹੈ ਚਿੱਠੀ ਲੈ ਕੇ ਰੱਬ ਦੇ ਘਰ ਦੀ, ਵੀ ਆ ਸੱਜਣਾ ਤੇਰੀ ਹੈ ਚਿੱਠੀ। ਹੁਣ ਇੱਥੇ ਕੋਈ ਚਿੱਠੀ ਲੈ ਕੇ, ਭਾਈ ਆ ਫਲਾਣੇ ਫਲਾਣੇ ਘਰ ਦੀ ਕੋਈ ਚਿੱਠੀ ਆਈ ਹੈ, ਭਾਈ ਆ ਤੁਹਾਡਾ ਸੁਨੇਹਾ ਆਇਆ ਹੈ। ਤੇ ਮਹਾਰਾਜ ਕਹਿੰਦੇ, ਭਾਈ ਆ ਫਲਾਣਿਆ ਤੇਰਾ ਸੁਨੇਹਾ ਆਇਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸ਼ਬਦ ਸੋਹਿਲਾ ਸਾਹਿਬ ਪਾਵਨ ਪਵਿੱਤਰ ਬਾਣੀ ਵਿੱਚ ਹੀ ਹਨ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਰ। ਸਤਿਗੁਰੂ ਮਹਾਰਾਜ ਪਾਵਨ ਪਵਿੱਤਰ ਬਚਨ ਪਏ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਉਹਦੇ ਸੁਨੇਹੇ ਹਨ ਨਾ, ਘਰ ਘਰ ਇਹੋ ਪਹੁੰਚਾ। ਘਰ ਘਰ ਦੇ ਅੰਦਰ ਇਹ ਸੁਨੇਹੇ ਹਨ। ਏਦਾਂ ਨਹੀਂ ਵੀ ਉਹ ਇੱਕ ਘਰ ਦੇ ਅੰਦਰ ਹੈ, ਇਹ ਮੌਤ ਦੇ ਸੁਨੇਹੇ ਘਰ ਘਰ ਇਹੋ ਪਹੁੰਚਾ। ਸੱਦੜੇ ਨਿਤ ਪਵਨ ਨਿਤ ਸੱਦੇ ਪੈ ਰਹੇ ਨੇ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਜਿਹੜੇ ਉਹਦੇ ਸੁਨੇਹੇ ਨੇ ਨਾ, ਉਹ ਨਿਤ ਪੈ ਰਹੇ ਨੇ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰਿਆ ਨਾਨਕ ਸੇ ਦੇ ਅਵਨ। ਸੱਦਣ ਹਾਰੇ ਨੂੰ, ਉਸ ਪਰਿਪੂਰਨ ਪਰਮਾਤਮਾ ਜੀ ਨੂੰ ਆਓ ਆਪਾਂ ਸਿਮਰੀਏ। ਲਿਖਿਆੜਾ ਲੇਖ ਨਾ ਮੇਟੀਐ, ਦਰ ਹਕਾਰੜਾ ਆਇਆ ਹੈ। ਉਹਦੇ ਲਿਖੇ ਹੋਏ ਇਹ ਲੇਖ ਭਾਵ ਨਹੀਂ ਮੇਟਦੇ। ਹਕਾਰ ਆਇਆ ਜਾਂ ਤਿਸ ਭਾਇਆ, ਰੁੰਨੇ ਰੋਵਣ ਹਾਰੇ। ਹਾਂ, ਹਕਾਰਾ ਆਇਆ ਜਾਂ ਤਿਸ ਪਾਇਆ, ਜਦੋਂ ਉਹਦਾ ਸੁਨੇਹਾ ਆਇਆ ਉਸ ਪਰਿਪੂਰਨ ਪਰਮਾਤਮਾ ਦਾ। ਇਹ ਭਾਈ ਤੇਰਾ ਸੁਨੇਹਾ ਆਇਆ ਹੈ। ਇਹ ਭਾਈ ਹੁਣ ਤੂੰ ਅੱਗੇ ਲੱਗ ਤੇ ਤੁਰ ਸੰਸਾਰ ਤੋਂ। ਸੰਸਾਰ ਤੋਂ ਜਦੋਂ ਭਾਈ ਫਿਰ ਇਹ ਸੁਨੇਹਾ ਕਿਸੇ ਦਾ ਆਇਆ, ਫਿਰ ਉਹ ਉੱਠ ਚੱਲਦਾ ਹੈ। ਪੁੱਤ ਭਾਈ ਭਤੀਜੇ ਰੋਵੈ, ਪ੍ਰੀਤਮ ਅਤ ਪਿਆਰੇ। ਫਿਰ ਜਿਹੜੇ ਉਹਦੇ ਸਾਕ ਸੰਬੰਧੀ ਉਹਦੀ ਯਾਦ ਦੇ ਅੰਦਰ ਜੁੜ ਕੇ ਬੈਠੇ। ਪੁੱਤ ਭਾਈ ਭਤੀਜੇ ਰੋਵੈ, ਪ੍ਰੀਤਮ ਅਤ ਪਿਆਰੇ। ਵੀਰਾ ਵੀਰਾ ਕਰ ਰਹੀ ਵੀਰ ਭਏ ਬਹਿਰਾਏ, ਵੀਰ ਚੱਲੇ ਘਰ ਆਪਣੇ ਬਹਿਣ ਵਿਰਹ ਜਲ ਜਾਏ। ਭੈਣ ਨੇ ਆਵਾਜ਼ ਦਿੱਤੀ, ਵੀਰਾ ਤੂੰ ਮੈਨੂੰ ਛੱਡ ਕੇ ਨਾ ਜਾਈਂ, ਵੀਰਾ ਤੂੰ ਨਾ ਛੱਡ ਕੇ ਜਾਈਂ। ਮਹਾਰਾਜ ਕਹਿੰਦੇ, ਭਾਈ ਜਦੋਂ ਸੁਨੇਹਾ ਆ ਗਿਆ, ਵੀਰ ਚੱਲੇ ਘਰ ਆਪਣੇ ਬਹਿਣ ਵਿਰਹ ਜਲ ਜਾਏ। ਧਨ ਕਹੈ ਤੂੰ ਵਸ ਮੈਂ ਨਾਲੇ, ਪ੍ਰੈ ਸੁਖ ਵਾਸੀ ਬਾਲ ਗੋਪਾਲੇ। ਤੁਝਾ ਬਿਨਾ ਹੋ ਕਿਤ ਹੀ ਨਾ ਲੇਖੈ, ਵਚਨ ਦੇ ਛੋੜ ਨਾ ਜਾਸਾ ਹੈ। ਫਿਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਨ ਨਾ ਛੰਦਾ। ਜਿਚਰ ਰੱਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਜੋ ਫਿਰ ਬਚਨ ਕਹੈ ਤਨ ਸਾਚੇ, ਤਨ ਕਛੂ ਨਾ ਸਮਝੇ ਚੰਚਲ ਕਾਚੇ। ਬੌਰ ਬੌਰ ਫਿਰ ਹੀ ਸੰਗ ਮੰਗੈ, ਉਹ ਬਾਤ ਜਾਣੈ ਕਰ ਹਾਸਾ ਹੈ। ਆਈ ਆਗਿਆ ਪਿਰੋਂ ਬੁਲਾਇਆ, ਨਾ ਤਨ ਪੂਛੀ ਨਾ ਮਤਾ ਪਕਾਇਆ। ਊਠ ਸਦਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਆਈ ਆਗਿਆ, ਸੁਨੇਹਾ ਆ ਗਿਆ। ਪਿਰੋਂ ਬੁਲਾਇਆ, ਨਾ ਤਨ ਪੂਛੀ ਨਾ ਮਤਾ ਪਕਾਇਆ। ਉਦਾਹਰਨਾਂ ਦਿੱਤੀਆਂ ਮੇਰੇ ਪਾਤਸ਼ਾਹ ਜੀ ਨੇ। ਪਤਨੀ ਨੇ ਪਤੀ ਨੂੰ ਕਿਹਾ, ਤੁਸੀਂ ਕਦੇ ਵੀ ਮੇਰੇ ਕੋਲੋਂ ਨਾ ਦੂਰ ਹੋਇਓ। ਕਿਹੜੀ ਪਤਨੀ? ਆ ਸਰੀਰ ਰੂਪੀ ਪਤਨੀ। ਪਤੀ ਕਿਹੜਾ? ਜਿਹੜਾ ਅੰਦਰੋਂ ਭੌਰ ਪਿਆ ਬੋਲਦਾ ਹੈ। ਧਨ ਕਹੈ ਤੂੰ ਵਸ ਮੈਂ ਨਾਲੇ, ਤੂੰ ਮੇਰੇ ਨਾਲ ਵਸੀ, ਹਮੇਸ਼ਾ ਤੂੰ ਮੇਰੇ ਨਾਲ ਰਹੀਂ। ਤੁਸੀਂ ਮੇਰੇ ਤੋਂ ਦੂਰ ਨਾ ਕਦੇ ਹੋਇਓ, ਕਿਉਂਕਿ ਜਿੱਦਣ ਤੁਸੀਂ ਚਲੇ ਗਏ, ਤੁਹਾਡੇ ਤੋਂ ਬਾਅਦ ਮੇਰੀ ਕਿਸੇ ਨੇ ਵਾਤੜੀ ਨਹੀਂ ਪੁੱਛਣੀ। ਕੌਣ ਪੁੱਛਦਾ ਦੇਹੀ ਨੂੰ? ਜਦੋਂ ਅੰਦਰੋਂ ਭੌਰ ਉਡਾਰੀ ਮਾਰ ਗਿਆ, ਕਿੰਨੇ ਕੁ ਚਿਰ ਦੀ, ਜਦੋਂ ਤੱਕ ਰਿਸ਼ਤੇਦਾਰ ਨਹੀਂ ਇਕੱਠੇ ਹੁੰਦੇ, ਜਦੋਂ ਇਕੱਠੇ ਹੋ ਗਏ ਉਦੋਂ ਭਾਈ ਕਾਢੋ ਕਾਢੋ ਹੋਈ। ਜਦੋਂ ਤੱਕ ਨਾ ਇਕੱਠੇ ਹੋਏ,
ਤੇ ਜਦੋਂ ਫਿਰ ਇਸ਼ਨਾਨ ਵੀ ਕਰਾਉਂਦੇ ਨੇ, ਇਦਾਂ ਥੋੜਾ ਕੋਈ ਕਹਿੰਦਾ ਵੀ ਫਲਾਣਾ ਸਿੰਘ ਦਾ ਇਸ਼ਨਾਨ ਕਰਾਉਣ ਲੱਗੇ ਨੇ, ਕਹਿੰਦੇ ਦੇਹੀ ਦਾ ਇਸ਼ਨਾਨ ਕਰਾਉਣਾ ਹੈ, ਨਾਂ ਵੀ ਨਹੀਂ ਨਾ ਲੈਂਦੇ। ਧਨ ਕਹੈ ਤੂੰ ਵਸ ਮੈਂ ਨਾਲੇ, ਧਨ ਧਨ ਦੇ ਇੱਥੇ ਅਰਥ ਨੇ ਪਤਨੀ। ਤੂੰ ਵਸ ਮੈਂ ਨਾਲੇ ਪ੍ਰੈ ਸੁਖ ਵਾਸੀ ਬਾਲ ਗੋਪਾਲੇ, ਤੁਝੈ ਬਿਨਾ ਹੋ ਕਿਤ ਹੀ ਨਾ ਲੇਖੈ, ਤੇਰੇ ਬਿਨਾ ਮੇਰਾ ਕੋਈ ਵੀ ਇੱਥੇ ਸਤਕਾਰ ਨਹੀਂ। ਹੁਣ ਭੌਰ ਤੋਂ ਬਿਨਾ, ਜੀਵ ਆਤਮਾ ਤੋਂ ਬਿਨਾ ਦੇਹੀ ਤਾਂ ਉਂਝ ਡਰਾਉਣੀ ਹੈ, ਲਾਸ਼ ਤਾਂ ਉਂਝ ਡਰਾਉਣੀ ਹੈ। ਤੁਝੇ ਬਿਨਾ ਹੋ ਕਿਤ ਹੀ ਨਾ ਲੇਖੈ, ਵਚਨ ਦੇ। ਪਤਨੀ ਨੇ ਕਿਹਾ ਤੂੰ ਮੈਨੂੰ ਵਾਅਦਾ ਕਰ, ਪ੍ਰੋਮਿਸ ਕਰ, ਵਚਨ ਦੇ, ਛੋੜ ਨਾ ਜਾਸਾ ਹੈ, ਤੂੰ ਮੈਨੂੰ ਕਦੇ ਛੱਡ ਕੇ ਨਹੀਂ ਜਾਏਗਾ। ਧਨ ਕਹੈ, ਧਨ ਅੱਗੋਂ ਪਤੀ ਨੇ ਅੱਗੇ ਵਚਨ ਕਹੇ, ਫਿਰ ਕਿਹਾ ਹਉ ਹੁਕਮੀ ਬੰਦਾ। ਭੌਰ ਨੇ ਕਿਹਾ ਮੈਂ ਤਾਂ ਹੁਕਮ ਦਾ ਬੱਝਾ ਹੋਇਆ ਆਇਆ ਹਾਂ। ਹਉ ਹੁਕਮੀ ਬੰਦਾ ਉਹ ਭਾਰੋ ਠਾਕੁਰ, ਜਿਸ ਕਾਨ ਨਾ ਛੰਦਾ, ਜਿਚਰ ਰੱਖੈ ਤਿਚਰ ਤੁਮ ਸੰਗ ਰਹਿਣਾ। ਜਿੰਨਾ ਚਿਰ ਰੱਖਿਆ ਓਨਾ ਚਿਰ ਰਹਾਂਗਾ, ਜਾਂ ਸੱਦੇ ਤਾਂ ਊਠ ਸਿਧਾਸਾ ਹੈ, ਜਿੱਦਣ ਸੱਦ ਲਿਆ ਮੈਂ ਚਲਾ ਜਾਵਾਂਗਾ। ਜੋ ਫਿਰ ਬਚਨ ਕਹੈ ਧਨ ਸਾਚੇ, ਜਦੋਂ ਇਹ ਬਚਨ ਕਹੇ ਧਨ ਕਛੂ ਨਾ ਸਮਝੇ ਚੰਚਲ ਕਾਚੇ। ਪਤਨੀ ਨੇ ਗੱਲ ਨੂੰ ਹਾਸੇ ਪਾਇਆ, ਉਹ ਬਾਤ ਜਾਣੈ ਕਰ ਹਾਸਾ ਹੈ, ਉਹਨੇ ਗੱਲ ਨੂੰ ਹਾਸੇ ਪਾਇਆ। ਮਹਾਰਾਜ ਕਹਿੰਦੇ ਆਈ ਆਗਿਆ ਪਿਰੋਂ ਬੁਲਾਇਆ। ਜਦੋਂ ਹੁਕਮ ਉਹਦਾ ਆਇਆ, ਉਹਨੇ ਸੱਦ ਲਿਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਨਾ ਹੁਣ ਉਹਨੇ ਕੋਈ ਮੀਟਿੰਗ ਥੋੜਾ ਕੀਤੀ ਕਿਸੇ ਨਾਲ। ਬੰਦਾ ਕੋਈ ਸ਼ਹਿਰ ਜਾਵੇ ਜਾਂ ਕਿਸੇ ਥਾਂ ਤੇ ਜਾਵੇ, ਇੱਕ ਦੋ ਦਿਨਾਂ ਵਾਸਤੇ ਬਾਹਰ ਜਾਏ, ਘਰ ਦੱਸ ਕੇ ਜਾਂਦਾ ਹੈ ਮੈਂ ਇੰਨੇ ਚਿਰ ਨੂੰ ਪਰਤ ਆਵਾਂਗਾ। ਪਰ ਜਿਹੜੇ ਲੰਬੇ ਸਫ਼ਰ ਤੇ ਜੀ ਫਿਰ ਆਤਮਾ ਨਿਕਲ ਗਈ ਕਿ ਘਰ ਦੱਸ ਕੇ ਗਿਆ ਵੀ ਮੈਂ ਇੰਨੇ ਚਿਰ ਨੂੰ ਪਰਤਾਂਗਾ। ਮਹਾਰਾਜ ਕਹਿੰਦੇ ਨਹੀਂ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਊਠ ਸਧਾਇਓ ਛੂਟਰ ਮਾਟੀ, ਦੇਖ ਨਾਨਕ ਮਿਤਨ ਮੁਹਾਸਾ ਹੈ, ਜੀਵ ਚਲਾ ਗਿਆ ਸੰਸਾਰ ਤੋਂ। ਹਕਾਰਾ ਆਇਆ ਜਾਂ ਤਿਸ ਭਾਇਆ, ਰੁੰਨੇ ਰੋਵਣ ਹਾਰੇ, ਸਕੇ ਸੰਬੰਧੀ ਰੋਣ ਲੱਗੇ, ਪੁੱਤ ਭਾਈ ਭਤੀਜੇ ਰੋਵੈ, ਪ੍ਰੀਤਮ ਅਤ ਪਿਆਰੇ। ਉਸ ਆਪਣੇ ਪ੍ਰੀਤਮ ਦੀ ਯਾਦ ਦੇ ਅੰਦਰ ਭੈ ਰੋਵੈ ਗੁਣ ਸਾਰ ਸੰਭਾਲੇ, ਕੋ ਮਰੈ ਨਮਿਆ ਨਾਲੇ। ਭੈ ਰੋਵੈ ਗੁਣ ਸਾਰ ਸੰਭਾਲੇ। ਹੁਣ ਉਹਦੇ ਯਾਦ ਪਏ ਕਰ ਕਰਕੇ ਵਿਛੜੇ ਹੋਏ ਨੂੰ ਪਏ ਰੋਂਦੇ ਹਨ। ਕੋ ਮਰੈ ਨਾ ਮੋਇਆ ਨਾਲੇ, ਪਰ ਇਹ ਵੀ ਹੈ ਕੋਈ ਨਾਲ ਮਰਦਾ ਥੋੜਾ ਹੈ ਉਹਦੇ ਨਾਲ, ਕੋਈ ਉਹਦੇ ਨਾਲ ਏਦਾਂ ਥੋੜਾ ਵੀ ਉਹ ਵੀ ਉਹਦੇ ਨਾਲ ਚੜ੍ਹਾਈ ਕਰ ਗਿਆ। ਇੱਕ ਕਹਾਣੀ ਰੂਪ ਆਉਂਦੀ ਹੈ। ਕੋਈ ਇੱਕ ਨੌਜਵਾਨ ਸੀ, ਉਹਨੇ ਜਦੋਂ ਵੀ ਖੇਤਾਂ ਵਿੱਚੋਂ ਲੰਘ ਕੇ ਜਾਣਾ ਤੇ ਰਸਤੇ ਦੇ ਅੰਦਰ ਕੋਈ ਇੱਕ ਸਾਧੂ ਮਹਾਤਮਾ ਧਰਮਾਤਮਾ ਦਾ ਡੇਰਾ ਆਉਂਦਾ ਸੀ। ਉਹਨੇ ਜਦੋਂ ਵੀ ਲੰਘਣਾ ਉੱਥੇ ਉਹਨੇ ਆਪ ਤਾਂ ਨਾ ਜਾਣਾ, ਪਰ ਕਈ ਵਾਰ ਜਦੋਂ ਵੀ ਜਾਣਾ ਉਹ ਸਾਧੂ ਮਹਾਤਮਾ ਧਰਮਾਤਮਾ ਕੋਲ ਤੇ ਉਹਨੂੰ ਮਖੌਲ ਜਿਹਾ ਕਰਕੇ ਲੰਘ ਕੇ ਜਾਣਾ। ਬਚਨ ਬਿਲਾਸ ਚੱਲੇ, ਸਾਖੀ ਚੱਲੀ ਵੀ ਆਹ ਸੰਸਾਰ ਦਾ ਜਿਹੜੇ ਰਿਸ਼ਤੇ ਨੇ ਨਾ, ਇਹ ਸਦੀਵੀ ਨਹੀਂ, ਕੱਚੇ ਰਿਸ਼ਤੇ ਨੇ। ਉਹ ਨੌਜਵਾਨ ਲੱਗਾ ਕਹਿਣ, ਕਹਿੰਦੇ ਬਾਬਾ ਤੂੰ ਇੰਨੀ ਗੱਲ ਕਹਿੰਦਾ ਹੈ ਵੀ ਸੰਸਾਰ ਦੇ ਰਿਸ਼ਤੇ ਕੱਚੇ ਨੇ, ਪਰ ਮੈਨੂੰ ਤਾਂ ਮੇਰੇ ਆਪਣੇ ਅਤਿਅੰਤ ਪਿਆਰ ਅਤਿਅੰਤ ਸਨੇਹ ਕਰਦੇ ਨੇ। ਉਹ ਸਾਧੂ ਲੱਗਾ ਕਹਿਣ, ਕਹਿੰਦੇ ਝੂਠ ਹੈ ਬੱਚਾ, ਇਹ ਸਦੀਵੀ ਸੱਚ ਨਹੀਂ, ਝੂਠ ਹੈ। ਕਹਿੰਦੇ ਨਹੀਂ ਬਾਬਾ, ਕਹਿੰਦੇ ਚਲੋ ਕੋਈ ਗੱਲ ਨਹੀਂ। ਉਹਨੇ ਹੌਲੀ ਹੌਲੀ ਉਹਦੇ ਕੋਲ ਰਹਿੰਦਿਆਂ ਉਹਨੂੰ ਕੋਈ ਵਿਧੀਆਂ ਸਿਖਾਈਆਂ, ਯੋਗ ਆਸਨ ਕਰਨੇ ਸਿਖਾਏ, ਤੇ ਉਹਨੂੰ ਆਪਣੇ ਉਹਦੇ ਜਿਹੜੇ ਪ੍ਰਾਣ ਸਨ ਰੁਕਣੇ ਸਿਖਾ ਦਿੱਤੇ। 2-4 ਮਹੀਨੇ ਲੰਘੇ, ਉਹਨੇ ਅੱਜ ਕਿਹਾ, ਕਹਿੰਦੇ ਆਪਣੇ ਘਰ ਤੂੰ ਜਾਈ, ਜਾ ਕੇ ਅੱਜ ਦੀ ਰਾਤ ਸਵੇਰੇ ਤੂੰ ਉੱਠਣਾ ਨਹੀਂ, ਤੂੰ ਬਸ ਆਪਣੇ ਸਾਹ ਰੋਕ ਕੇ ਲੰਮਾ ਪਿਆ ਰਹੀਂ। ਵਿਧੀ ਉਹਨੇ ਸਿਖਾ ਦਿੱਤੀ ਸੀ ਆਸਨਾਂ ਦੇ ਰਾਹੀਂ, ਯੋਗ ਆਸਨਾਂ ਰਾਹੀਂ। ਉਹ ਬੱਚਾ ਆਪਣੇ ਘਰ ਗਿਆ, ਘਰ ਜਾ ਕੇ ਲੰਮੇ ਪਿਆ, ਸਵੇਰੇ ਉੱਠਿਆ ਨਾ। ਘਰਦਿਆਂ ਨੇ ਉਠਾਇਆ, ਉੱਠਿਆ ਨਾ। ਚੀਕ ਝਾੜਾ ਪੈ ਗਿਆ ਵੀ ਜਵਾਨ ਮੌਤ ਹੋ ਗਈ ਘਰ ਦੇ ਅੰਦਰ। ਬੜਾ ਚੀਕ ਝਾੜਾ ਪਿਆ ਘਰ ਦੇ ਅੰਦਰ। ਸਕੇ ਸੰਬੰਧੀ ਮਾਂ ਪਿਓ ਭਰਾ ਭੈਣ ਸਾਰੇ ਉੱਚੀ ਉੱਚੀ ਰੋਣ ਲੱਗੇ। ਇੰਨੇ ਨੂੰ ਉਹ ਜਿਹੜਾ ਸਾਧੂ ਸੀ, ਜੋਗੀ ਸੀ, ਉਹ ਵੀ ਗਲੀ ਵਿੱਚ ਆ ਗਿਆ। ਕਹਿੰਦੇ ਕੀ ਗੱਲ ਹੋਈ? ਉਹਨਾਂ ਕਿਹਾ ਬਾਬਾ ਤੇਰੇ ਕੋਲੋਂ ਰਾਤ ਆਇਆ ਸੀ, ਪ੍ਰਸ਼ਾਦਾ ਪਾਣੀ ਛਕਿਆ, ਸਵੇਰੇ ਉੱਠਿਆ ਨਹੀਂ।
ਉਹਨੇ ਨਬਜ਼ ਫੜੀ, ਕਹਿੰਦਾ ਹਾਂ ਇਹਦੀ ਤਾਂ ਮੌਤ ਹੋ ਚੁੱਕੀ ਹੈ। ਕਹਿੰਦੇ ਪਰ ਮੇਰੇ ਕੋਲ ਇੱਕ ਤਰੀਕਾ ਹੈ, ਮੇਰੇ ਕੋਲ ਇੱਕ ਪੁੜੀ ਹੈ, ਤੁਸੀਂ ਪਾਣੀ ਦਾ ਗਲਾਸ ਲੈ ਕੇ ਆਓ, ਮੈਂ ਇਹਨੂੰ ਜੀਵਤ ਕਰ ਦੇਵਾਂਗਾ। ਕਹਿੰਦਾ ਮੈਂ ਕੀ ਇਹਨੂੰ ਜੀਵਤ ਕਰ ਦੇਵਾਂ? ਉਹਨਾਂ ਕਿਹਾ ਕਰ ਦਿਓ। ਕਹਿੰਦੇ ਮੇਰੇ ਕੋਲ ਪੁੜੀ ਹੈ, ਪਾਣੀ ਦਾ ਗਲਾਸ ਤੁਸੀਂ ਲੈ ਕੇ ਆਓ। ਉਹਨੇ ਲਿਆ ਕੇ ਪਾਣੀ ਬੱਚੇ ਦੇ ਸਿਰ ਦੇ ਉੱਪਰੋਂ ਘੁਮਾ ਕੇ ਸਿਰਹਾਣੇ ਰੱਖ ਕੇ ਕਿਹਾ, ਕਹਿੰਦੇ ਕੋਈ ਵੀ ਤੁਹਾਡੇ ਵਿੱਚੋਂ ਕੋਲ ਆਓ, ਉਹ ਇਸ ਪਾਣੀ ਨੂੰ ਪੀਵੇ, ਜਿਹੜਾ ਪਾਣੀ ਨੂੰ ਪੀਏਗਾ ਉਹਦੀ ਮੌਤ ਹੋਵੇਗੀ, ਉਹਦੇ ਵੱਟੇ ਇਹ ਉੱਠ ਖਲੋਵੇਗਾ। ਉਹ ਪਾਣੀ ਪੀਵੇ, ਉਹਦੀ ਮੌਤ ਹੋਵੇਗੀ, ਉਹਦੇ ਵੱਟੇ ਇਹ ਬੱਚਾ ਤੁਹਾਡਾ ਉੱਠ ਖਲੋਵੇਗਾ। ਉਹ ਲੱਗੇ ਕਹਿਣ ਵੀ ਹੁਣ ਇਹਦੀ ਥਾਂ ਪਾਣੀ ਪੀਵੇ ਕਿਹੜਾ? ਉਹ ਬੱਚਾ ਪਿਆ ਸੁਣ ਰਿਹਾ ਹੈ ਸਾਰੀ ਗੱਲਬਾਤ। ਜਦੋਂ ਉਹਨੇ ਕਿਹਾ ਵੀ ਫਲਾਣਿਆ ਤੂੰ ਵੀ ਕੋਲ ਆ, ਜਿਹੜੇ ਕਹਿ ਰਹੇ ਸਨ, ਜਿਵੇਂ ਮਹਾਰਾਜ ਕਹਿੰਦੇ ਨਾ, ਭੈ ਰੋਵੈ ਗੁਣਸਾਰ ਸੰਭਾਲੇ, ਕੋ ਮਰੈ ਨਾ ਮੋਇਆ ਨਾਲੇ, ਕੋਈ ਉਹਦੀ ਥਾਂ ਮਰਿਆ ਥੋੜਾ। ਉਹਨਾਂ ਕਿਹਾ ਵੀ ਤੂੰ ਕੋਲ ਆ ਫਲਾਣਿਆ, ਤੂੰ ਸਾਰਿਆਂ ਨਾ ਕੀਤੀ। ਕੋਲੋਂ ਉਹ ਫਕੀਰ ਸੀ ਜਿਹੜਾ ਲੱਗਾ ਕਹਿਣ, ਕਹਿੰਦੇ ਚਲੋ ਤੁਸੀਂ ਨਾ ਪੀਵੋ, ਜੇ ਤੁਸੀਂ ਕਹੋ ਮੈਂ ਪੀ ਲਵਾਂ। ਉਹਨਾਂ ਕਿਹਾ ਬਾਬਾ ਚਲੋ ਤੂੰ ਪੀ ਲੈ, ਤੈਨੂੰ ਕਿਹੜਾ ਕੋਈ ਪਿੱਛੇ ਰੋਣ ਵਾਲਾ ਹੈ, ਤੇਰੇ ਨਾਲ ਤਾਂ ਕੋਈ ਹੈ ਨਹੀਂ ਨਾ, ਤੇਰਾ ਅੱਗਾ ਪਿੱਛਾ ਕਿਹੜਾ ਹੈ, ਚਲੋ ਤੁਸੀਂ ਪੀ ਲਓ। ਉਹਨੇ ਕਿਹਾ ਵੀ ਚਲੋ ਫਿਰ ਮੈਂ ਹੀ ਪੀਣਾ ਹਾਂ। ਉਹਨੇ ਪਾਣੀ ਦਾ ਗਲਾਸ ਘੁੱਟ ਭਰਿਆ, ਬੱਚੇ ਨੂੰ ਉਠਾਇਆ। ਉਹਨੇ ਤਾਂ ਵਿਖਾਉਣਾ ਸੀ ਨਾ ਬੱਚੇ ਨੂੰ ਸੰਸਾਰ ਦੀ ਵਿਆਪਕ ਸਚਾਈ। ਉਹਨੇ ਪੀ ਕੇ ਪਾਣੀ ਦਾ ਗਲਾਸ ਬੱਚੇ ਨੂੰ ਬਾਹੋਂ ਫੜ ਕੇ ਉਠਾਇਆ, ਕਹਿੰਦੇ ਆਹ ਹੈ ਸੰਸਾਰ, ਆਹ ਹੈ ਸੰਸਾਰ ਦਾ ਸਦੀਵੀ ਸੱਚ। ਤਾਂ ਹੀ ਤਾਂ ਨੌਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗਣਾ ਕੋਈ। ਇਹ ਤਾਂ ਸੁਖਾਂ ਦੇ ਸਾਥੀ ਨੇ। ਹਾਂ ਜਦੋਂ ਤੱਕ ਚਾਰ ਦਮੜੇ, ਜਦੋਂ ਤੱਕ ਕੋਈ ਰੁਤਬਾ ਹੈ, ਉਦੋਂ ਤੱਕ ਸਾਰੇ ਤੇਰੇ ਨਾਲ ਨੇ। ਜਿੱਦਣ ਇਹ ਚਾਰ ਦਮੜੇ, ਇਹ ਰੁਤਬੇ ਸੰਸਾਰ ਦੇ ਚਲੇ ਗਏ, ਫਿਰ ਤੂੰ ਗਿਣਤੀ ਕਰਕੇ ਵੇਖੀ ਤੇਰੇ ਨਾਲ ਆਪਣੇ ਤੇਰੇ ਨਾਲ ਕਿੰਨੇ ਹਨ। ਉਸ ਦਿਨ ਤੂੰ ਆਪਣੇ ਨਾਲ ਅੱਗਾ ਪਿੱਛਾ ਤੂੰ ਹੋ ਕੇ ਵੇਖੀ ਵੀ ਕਿੰਨੇ ਕੁ ਤੇਰੇ ਨਾਲ ਖਲੋਂਦੇ ਹਨ। ਮਹਾਰਾਜ ਕਹਿੰਦੇ ਭੈ ਰੋਵੈ ਗੁਣਸਾਰ ਸੰਭਾਲੇ, ਕੋ ਮਰੈ ਨਾ ਮੋਇਆ ਨਾਲੇ। ਕੌਣ ਮਰਦਾ ਹੈ ਕਿਸੇ ਦੇ ਨਾਲ? ਸਤਿਗੁਰੂ ਮਹਾਰਾਜ ਬਖਸ਼ਿਸ਼ ਪਏ ਕਰਦੇ ਹਨ। ਨਾਨਕ ਜੁਗ ਜੁਗ ਜਾਨ ਸਿਆਣਾ, ਰੋਵੇ ਸੱਚ ਸੰਭਾਲੇ। ਭਾਈ ਉਹ ਹੀ ਸਿਆਣਾ ਹੈ, ਸਦੀਵੀ ਜੁਗ ਜੁਗ ਜਾਣ ਸਜਾਣਾ। ਕਿਹੜਾ ਜੀ? ਜਿਹੜਾ ਰੋਂਦਾ ਹੈ ਸੱਚ ਸੰਭਾਲੇ, ਉਸ ਸੱਚੇ ਪ੍ਰੀਤਮ ਦੀ ਯਾਦ ਦੇ ਅੰਦਰ, ਉਸ ਸੱਚੇ ਪਰਿਪੂਰਨ ਪਰਮਾਤਮਾ, ਉਹਦੀ ਯਾਦ ਨੂੰ ਜਿਹੜਾ ਯਾਦ ਕਰਕੇ ਉਸ ਵਸਲ ਦੇ ਅੰਦਰ, ਉਸ ਵਿਛੋੜੇ ਦੇ ਅੰਦਰ ਜਿਹੜਾ ਭਾਈ ਜੀਵ ਫਿਰ ਉਸ ਪਰਿਪੂਰਨ ਪਰਮਾਤਮਾ ਦੇ ਸਿਮਰਨ ਯਾਦ ਦੇ ਅੰਦਰ ਜੁੜਦਾ ਹੈ। ਜਿਹੜਾ ਉਸ ਵਿਛੋੜੇ ਦੇ ਕਾਰਨ ਰੋਂਦਾ ਹੈ, ਉਹ ਜੀਵ ਫਿਰ ਜੁਗਾਂ ਜੁਗਾਂ ਤੱਕ ਨਾਨਕ ਜੁਗ ਜੁਗ ਜਾਣ ਸਜਾਣਾ, ਉਹ ਹੀ ਸਿਆਣਾ ਕਿਹਾ ਜਾਂਦਾ ਹੈ ਭਾਈ। ਜਿਹੜਾ ਉਸ ਪਰਿਪੂਰਨ ਪਰਮਾਤਮਾ ਨੂੰ ਜੀਵਨ ਦੇ ਅੰਦਰ ਯਾਦ ਕਰਕੇ, ਉਹਦੇ ਗੁਣਾਂ ਨੂੰ ਯਾਦ ਕਰਕੇ ਭਾਈ ਰੋਂਦਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਅੱਜ ਦੇ ਪਾਵਨ ਪਵਿੱਤਰ ਬੋਲ ਜੋ ਗੁਰਦੇਵ ਜੀਓ ਨੇ ਬਖਸ਼ਿਸ਼ ਕੀਤੇ ਸਨ, ਸਤਿਗੁਰੂ ਮਹਾਰਾਜ ਜੀਓ ਦੇ ਇਹਨਾਂ ਪਾਵਨ ਪਵਿੱਤਰ ਬੋਲਾਂ ਦੀ ਕਥਾ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀ।
आबो तेरी रास तुम मात पिता हम तुमरी कृपा में कोई न जाने उचेते ऊंचा भगवंत सगल सुमगरी तुमरे तुम ते होए सो आगे तुमरी गत मित नानक दास तुमरी गत मित नानक दास बोलो जी इक ओंकार वाहिगुरु जी की फतेह। श्री भगवती जी सहाय। वार श्री भगवती जी की पातशाही दसवीं प्रथम भगवती सिमर कै गुरु नानक लैन ध्याए। श्री अंगद गुर ते अमरदास रामदास हुई सहाय। अर्जन हरगोबिंद सिमरो श्री हर राय। श्री हर कृष्ण ध्याईऐ जिन डिठे सब दुख जाए। तेग बहादुर सिमरे घर नौन दिया वै धाए। सब थाई होए सहाय। दसवें पातशाह श्री गुरु गोबिंद सिंह साहिब जी सब थाई होए सहाय। दसां पातशाहियां दी जोत श्री गुरु ग्रंथ साहिब जी दे पाठ दी दर दा ध्यान धर के बोलो जी। पंजा प्यारियां चौहों साहिबजादियां 40 मुक्तियां हठियां जपियां तपियां जिन्हां नाम जपिया वंड छकिया दिग चलाई तिग वाही देख के अंडठ कीता। तिन्हां प्यारियां सच्चारां दी कमाई दा ध्यान धर के बोलो जी। जिन्हां ਸਿੰਘਾਂ ਸਿੰਘਣੀਆਂ ਧਰਮ ਹੈ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਯਾਰਾਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। पंजा तख्तां सरबत गुरुद्वारे दर्शन दी दर दा ध्यान धर के बोलो जी। प्रथम सरबत खालसा जी की अरदास है जी। सरबत खालसा जी को वाहिगुरु 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 चित आवे। चित आमन का सदका सर्व सुख होवे। जहाँ जहाँ खालसा जी साहिब तहाँ तहाँ रसिया रियायत देख तेग फती बरद की पैज पंथ की जीत। श्री साहिब जी सहाय। खालसे जी के बोर बाले खालसा जी बोलो जी। सिखा नो सिखी दान केस दान रहत दान विवेक दान सहा दान भरोसा दान दाना सिर दान नाम दान। श्री अमृतसर जी की दर्शन स्नान चौंकियां झंडे बुंगे जुगो जोगा टल धर्म का जयकार। खालसा जी बोलो जी। सिखां दा मन नीमा मत उची मत पद दा राखा आप वाहिगुरु ही है काल पुरख अपने पंथ दे सदा सहाई दातार जीओ। श्री ननकाना साहिब ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੀ ਨਿਮਾਣਿਆਂ ਦੀ ਮਾਣ ਨਿਤਾਣਿਆਂ ਦੀ ਤਾਣ ਡਿਊਟੀਆਂ ਦੀ ਓਟ ਨਿਆਸਰਿਆਂ ਦੀ ਆਸਰਾ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸੱਚਖੰਡ ਪਵਿੱਤਰ ਦੀਵਾਨ ਸਜੇ ਹਨ। ਸਜੇ ਦੀਵਾਨਾਂ ਅੰਦਰ ਸਾਹਿਬ ਦੀਵਾਰ ਦੇ ਕੀਰਤਨ ਹੋਏ। 6 ਪੌੜੀਆਂ ਨਾਨਕ ਸਾਹਿਬ ਦੇ ਗਾਇਨ ਹੋਏ। ਨਾਜ ਦੇ ਪਵਿੱਤਰ ਮੁਖਾਗ ਦੀ ਵਿਚਾਰ ਹੋਈ। ਬਾਣੀ ਪੜ੍ਹਦੇ ਹਾਂ ਸੇਵਾ ਕਰਦੇ ਹਾਂ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਅੱਗੇ ਤੋਂ ਸੇਵਾ ਕਰਨ ਸੁਧ ਬਾਣੀ ਪੜ੍ਹਨ ਦੀ ਸਮਰੱਥਾ ਬਖਸ਼ੀ ਕਰਨੀ।
ਬਾਣੀ ਦਾ ਭਾਵ ਦਰ ਤੇ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਸਰਬ ਸੰਗਤ ਦੀ ਹਾਜ਼ਰੀਆਂ ਤਿਲ ਫੁੱਲ ਭਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਸਭ ਮਾਈ ਭਾਈ ਦੇ ਪਰਿਵਾਰਾਂ ਵਿੱਚ ਇਕਤਾ ਤੇ ਫਾਕ ਤੰਦਰੁਸਤੀ ਦੁੱਖਾਂ ਦਾ ਨਾਸ਼ ਕਰਨਾ, ਚੜ੍ਹਦੀਆਂ ਕਲਾਂ ਬਖਸ਼ਣ ਵਾਜਣਾ, ਸ਼ੁਭ ਮਨੋਰਥ ਪੂਰਨ ਕਰਨੇ, ਯਾਤਰਾ ਸੋਹਣੀ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਇਸ ਵੇਲੇ ਆਪਦੇ ਹਰ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਦਰ ਤੇ ਹਾਜ਼ਰ ਹੈ। ਦਰ ਪ੍ਰਵਾਨ ਹੋਈ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤੋਂ ਦੀ ਆਗਿਆ ਹੋਵੇ। ਸਹਿਗੁਰੂ ਜੀ ਪਾਵਨ ਹੁਕਮ ਬਖਸ਼ ਕੇ ਨਦਰੋ ਨਦਰ ਨਿਹਾਲ ਕਰੋ, ਸਹੀ ਗੁਰਮੁਖ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮੰਨਿਓ, ਜੋ ਪ੍ਰਭ ਕੋ ਮਿਲ ਵੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹੱਥ ਕਲਮ ਅਗੰਮ ਮਸਤਕ ਲੇਖਾਵਤੀ, ਉਰਜ ਰਹਿਓ ਸਭ ਸੰਗ ਅਨੂਪੁਰ ਪਾਵਤੀ। ਉਸਤਤ ਕਹਿਨ ਨਾ ਜਾਏ ਮੁਖੋ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸੋ ਕਹ ਟਲ ਗੁਰ ਸੇਵੀ, ਅਹਨਿਸ ਸਹਿਜ ਸੁਪਾ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਹੋਵੈ। ਸਿਫਤ ਖਸਮਦੀ, ਨੂਰ ਅਰਸੋ ਕੁਰਸੋ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦਾ ਜਿਸ ਪਾਸ ਬੈਠਿਆ, ਸੋਹੀਐ ਸਭਨਾ ਭਾਵੇ ਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਬਾਬਾ ਆਇਆ ਹੈ ਉਠ ਚੱਲਣਾ, ਇਹੋ ਜਗ ਝੂਠ ਪਸਾਰੋਵਾ। ਸੱਚਾ ਘਰ ਸੱਚੜਾ ਸੇਵੀਐ, ਸੱਚ ਖਰਾ ਸਚਿਆਰੋਵਾ। ਬਾਬਾ ਆਇਆ ਹੈ ਉਠ ਚੱਲਣਾ, ਇਹੋ ਜਗ ਝੂਠ ਪਸਾਰੋਵਾ। ਸੱਚਾ ਘਰ ਸੱਚੜਾ ਸੇਵੀਐ,
ਸਚ ਖਰਾ ਸਚਿਆਰੋ ਆ। ਕੂੜ ਲੱਭ ਜਾਂ ਥਾਏ ਨਾ ਪਾਸੀ, ਅੱਗਾ ਲਹੈ ਨਾ ਠਾਓ। ਅੰਤਰ ਆਓ ਨਾ ਬੈਸੋ ਕਹੀਐ, ਜਿਉ ਸੁਣੈ ਕਰ ਕਾਉ। ਜੰਮਣ ਮਰਨ ਵੱਡਾ ਵਿਛੋੜਾ, ਬਿਨਸੈ ਜਗ ਸੁਬਾਏ। ਲਬ ਧੰਦਾ ਮਾਇਆ ਜਗਤ ਭੁਲਾਇਆ, ਕਾਲ ਖੜਾ ਰੁਆਏ। ਬਾਬਾ ਆਵੋ ਭਾਈ ਹੋ, ਗਲ ਮਿਲੈ ਮਿਲ ਮਿਲ ਦੇਹ ਆਸੀਸਾ ਹੈ। ਬਾਬਾ ਸਚੜਾ ਮੇਲ ਨਾ ਚੁਕਈ, ਪ੍ਰੀਤਮ ਕੀਆਂ ਦੇਹ ਆਸੀਸਾ ਹੈ। ਆਸੀਸਾਂ ਦੇਵੋ ਭਗਤ ਕਰੇਵੋ, ਮਿਲਿਆ ਕਾ ਕਿਆ ਮੇਲੋ। ਇਕ ਭੂਲੇ ਨਾਵੋ ਥੇਹੋ ਥਾਵੋ, ਗੁਰ ਸ਼ਬਦੀ ਸਚ ਖੇਲੋ। ਜਮ ਮਾਰਗ ਨਹੀਂ ਜਾਣਾ, ਸ਼ਬਦ ਸਮਾਣਾ। ਜੁਗ ਜੁਗ ਸਾਚੈ ਵੇਸੇ, ਸਾਜਨ ਸੈਣ ਮਿਲੋ ਸੰਜੋਗੀ। ਗੁਰ ਮਿਲ ਖੋਲੇ ਫਾਸੇ। ਬਾਬਾ ਨਾਂਗੜਾ ਆਇਆ ਜਗ ਮਹਿ, ਦੁਖ ਸੁਖ ਲੇਖ ਲਿਖਾਇਆ। ਲਿਖਿਆੜਾ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ। ਬਹਿ ਸਾਚੈ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ। ਕਾਮਣਿਆਰੀ ਕਾਮਣ ਪਾਏ, ਬਹੁ ਰੰਗੀ ਗਲ ਤਾਗਾ। ਹੋਛੀ ਮਤ ਪਿਆ ਮਨ ਹੋਛਾ, ਗੁੜ ਸਾ ਮੱਖੀ ਖਾਇਆ। ਨਾ ਮਰ ਜਾਦ ਆਇਆ ਕਲ ਪੀਤਰ, ਨਾਂਗੋ ਬੰਦ ਚਲਾਇਆ। ਬਾਬਾ ਰੋਵੋ ਜੇ ਕਿਸੈ ਰੋਵਣਾ, ਜਾਨੀਅੜਾ ਬੰਦ ਪਠਾਇਆ ਹੈ। ਲਿਖਿਅੜਾ ਲੀਖ ਨਾ ਮੇਟੀਐ, ਦਰ ਹਕਾਰੜਾ ਆਇਆ ਹੈ। ਹਕਾਰਾ ਆਇਆ ਜਾਂ ਤਿਸ ਪਾਇਆ, ਰੁੰਨੇ ਰੋਵਣ ਹਾਰੇ। ਪੁੱਤ ਭਾਈ ਭਤੀਜੇ ਰੋਵੈ, ਪ੍ਰੀਤਮ ਅਤ ਪਿਆਰੇ। ਪੈ ਰੋਵੈ ਗੁਣ ਸਾਰ ਸਮਾਲੇ, ਕੋ ਮਰੈ ਨ ਮੋਇਆ ਨਾਲੇ। ਨਾਨਕ ਜੁਗ ਜੁਗ ਜਾਣ ਸਿਜਾਣਾ, ਰੋਵੈ ਸੱਚ ਸਮਾਲੇ। ਪੈ ਰੋਵੈ ਗੁਣ ਸਾਰ ਸਮਾਲੇ, ਕੋ ਮਰੈ ਨ ਮੋਇਆ ਨਾਲੇ। ਨਾਨਕ ਜੁਗ ਜੁਗ ਜਾਣ ਸਿਜਾਣਾ, ਰੋਵੈ ਸੱਚ ਸਮਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ। ਵਾਹਿਗੁਰੂ ਜਪੋ ਸਤਿਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਜੀ। ਜਪੋ ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਪੋ ਸਤਿਨਾਮ 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 ਜੀ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ। ਵਾਹਿਗੁਰੂ। ਵਾਹਿਗੁਰੂ 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 ਜੀ। ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਰਬ ਕਲਾ ਸਮਰਥ ਡੋਲਨ 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 ਤੇ ਰਾਖੋ ਪ੍ਰਭੂ 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 ਨਾਨਕ ਦੇ ਕਰ ਹੱਥ। ਰੱਬ ਜੀ ਤੂੰ ਮੇਰੇ ਪ੍ਰਾਣ ਆਧਾਰ, ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜਾਉਂ ਬਾਰ, ਅਨਕ ਬਾਰ ਜਾਉਂ ਬਾਰ। ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ, ਤੁਮ ਹੈ ਮੇਰਾ ਪਰਿਵਾਰ। सुख दुख इस मन की बिरथा, तुझ ही आके सारे। तू मेरी ओट बल बुद्ध धन तुम ही, तुम है मेरा परिवार। जो तुम करहो सोई भल हमरे, पेख नानक सुख चरनार, पेख नानक सुख चरनार। हम अवगुण परेक गुण नाही, गुण अमृत छाट बिखै बिखा, माया माया
ਮਾਇਆ 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 ਮੋਹ ਭਰਮ ਭੈ ਭੂਲੇ ਸੁਤਦਾ ਰਾਸਿਉ ਪ੍ਰੀਤ ਲਗਾਏ। ਇਕ ਉਤਮ ਪੰਥ ਸੁਣਿਓ ਗੁਰ ਸੰਗਤ ਹੈ ਮਿਲੰਤ ਜਮ ਤਰਾਸ ਮਿਟਾਏ। ਇਕ ਅਰਦਾਸ ਇਕ ਅਰਦਾਸ ਇਕ ਅਰਦਾਸ ਪਾਟ ਕੀ ਰਤ ਕੀ ਗੁਰ ਗੁਰ ਰਾਮਦਾਸ ਰਾਖੋ ਸ਼ਰਣਾ। ਆਏ ਪ੍ਰਭ ਸ਼ਰਨਾਗਤੀ ਕਿਰਪਾ ਕਿਰਪਾ ਨਿਤ ਦਇਆ। ਏਕ ਅੱਖਰ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਆਨੰਦ ਗੁਣ ਨਿਧਾਨ ਗੁਰੂ 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 ਗਰੀਬ ਨਿਵਾਸ। ਕਤ ਜਾਇ ਰੇ ਕਰ ਲਾਗੋ ਰੰਗ। ਕਤ ਜਾਇ ਰੇ ਕਰ ਲਾਗੋ ਰੰਗ। ਜਾਇ ਰੇ ਕਰ ਲਾਗੋ ਰੰਗ। ਮੇਰਾ ਚਿਤ ਨਾਚ ਲੈ ਮਨ ਭਇਓ ਭੰਗ। ਮੇਰਾ ਚਿਤ ਨਾਚ ਲੈ ਮਨ ਭਇਓ ਭੰਗ। ਕਤ ਜਾਇ ਰੇ ਕਰ ਲਾਗੋ ਰੰਗ। 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 ਇੱਕ ਦਿਵਸ ਮਨ ਭਈ ਉਮੰਗ। ਇੱਕ ਦਿਵਸ ਇੱਕ ਦਿਵਸ ਮਨ ਮਨ
ਪਈ